मैं ਰਿਸਪੈਕਟ ਤਾਂ ਕਰ ਸਕਦਾ ਕਿਸੇ ਲੀਡਰ ਦੀ, ਪਰ ਮੈਂ ਜਿੱਦਾਂ ਝੁੱਕ ਕੇ ਕਿਸੇ ਦੇ ਪੈਰੀਂ ਹੱਥ ਨਹੀਂ ਲਾ ਸਕਦਾ। ਸੁਖਪਾਲ ਸਿੰਘ ਖਹਿਰਾ ਦਾ ਕੀ ਭਵਿੱਖ ਆ? ਬਹੁਤ ਚਰਚਾ ਇਹ ਵੀ ਚੱਲ ਰਹੀ ਹੈ ਵੀ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਪੰਜਾਬ ਦੇ ਵਿੱਚ ਨਵੀਂ ਧਿਰ ਬਣੇ, ਜਾਂ ਤੁਸੀਂ ਨਵਜੋਤ ਸਿੰਘ ਸਿੱਧੂ ਦੀ ਟੀਮ 'ਚ ਜਾ ਸਕਦੇ ਹੋ, ਇੱਦਾਂ ਕੁਛ? ਆਪਾਂ ਦੋਨੋਂ ਇੱਥੇ ਬੈਠੇ ਆਪਾਂ ਹੁਣ ਇੱਥੋਂ ਉੱਠ ਕੇ ਬਾਹਰ ਤੁਰ ਕੇ ਜਾਣਾ। ਇਟਸ ਚੇਂਜ। ਪਾਣੀ ਖੜਾ ਰਹਿੰਦਾ ਦਰਿਆਵਾਂ ਦਾ, ਛੱਪੜਾਂ ਦਾ, ਸੌਰੀ ਉਹ ਜਦੋਂ ਸਟੈਟਿਕ ਹੋ ਜਾਂਦਾ ਉਹਦੇ ਤੇ ਬਹੁਤ ਗਾਰ ਜੰਮ ਜਾਂਦੀ ਹੈ। ਮੂਵਮੈਂਟ ਇਨ ਲਾਈਫ, ਚੇਂਜ ਇਨ ਲਾਈਫ ਇਜ਼ ਲਾਅ ਆਫ ਨੇਚਰ। ਤੁਹਾਨੂੰ ਲੱਗਦਾ ਜ਼ਿਆਦਾ ਚੇਂਜ ਕ੍ਰੈਡੀਬਿਲਿਟੀ ਨਾ ਘਟਾ ਦੇ? 7-8 ਸਾਲਾਂ 'ਚ ਮੈਂ 2-3 ਪਲੇਟਫਾਰਮ ਬਦਲੇ ਨੇ ਨਾ ਜੀ, ਪਰ ਮੈਂ ਜਿੱਤ ਕੇ ਆਇਆ ਨਾ ਵਾਪਸ। ਤਾਂ ਆਮ ਆਦਮੀ ਪਾਰਟੀ ਨੇ ਕਿਹਾ ਜਦੋਂ ਤੁਸੀਂ ਲੋਕ ਸਭਾ ਇਲੈਕਸ਼ਨ ਬਠਿੰਡੇ ਜਾ ਕੇ ਲੜਦੇ ਹੋ ਵੀ ਇਹ ਬਾਦਲਾਂ ਨਾਲ ਮਿਲੇ ਵੇ ਆ, ਬਾਦਲਾਂ ਦੀ ਖੁਸ਼ਾਮਦ ਕੀਤੀ ਹੈ। ਦੇਖੋ, ਦੋ ਤਰ੍ਹਾਂ ਦੀ ਰਾਜਨੀਤੀ ਹੈ ਇੰਡੀਆ ਦੇ ਵਿੱਚ। ਇੱਕ ਹੈਗੀ ਆ ਖੁਸ਼ਾਮਦ ਦੀ ਤੇ ਪੈਸੇ ਦੀ ਰਾਜਨੀਤੀ। ਆਮ ਆਦਮੀ ਪਾਰਟੀ ਵਿੱਚ ਸ਼ਾਇਦ ਪੈਸਾ ਨਹੀਂ ਚੱਲਦਾ ਹੋਊਗਾ, ਮੰਨ ਲਿਆ, ਖੁਸ਼ਾਮਦ ਬਹੁਤ ਚੱਲਦੀ ਹੈ। ਹਜ਼ਾਰਾਂ ਦਾ ਕੱਟ ਸੀਗਾ ਜਦੋਂ ਮੇਰੀ ਵਾਰੀ ਬੋਲਣ ਦੀ ਆਈ। ਮੈਂ ਭਗਵੰਤ ਸਿੰਘ ਮਾਨ ਨੂੰ ਨਾਲ ਖੜਾ ਕਰਕੇ ਇਹਦੇ ਮੋਢਿਆਂ ਤੇ ਹੱਥ ਰੱਖ ਕੇ ਇੱਦਾਂ ਮੈਂ ਕਿਹਾ ਜੇ ਆਪਣੀ ਸਰਕਾਰ ਬਣੇਗੀ ਤਾਂ ਇਹਨੂੰ ਚੀਫ ਮਿਨਿਸਟਰ ਬਣਾਉਣਾ। ਸਿਮਿਲਰਲੀ ਰਾਜ ਸਭਾ ਦੇ ਮੈਂਬਰ ਬਣਾਏ ਗਏ ਨੇ, ਗਲਤ ਬਣਾਏ ਗਏ ਨੇ। ਉਹਦੇ 'ਚ ਭਗਵੰਤ ਮਾਨ ਨੂੰ ਉਹਨਾਂ ਨੇ ਪੁੱਛਿਆ ਹੀ ਨਹੀਂ, ਨਹੀਂ ਤਾਂ ਇਹਨੇ ਅੜ ਜਾਣਾ ਸੀਗਾ। ਤੁਹਾਨੂੰ ਲੱਗਦਾ ਮੂਸੇਵਾਲੇ ਨੂੰ ਟਿਕਟ ਦੇਣਾ ਗਲਤੀ ਸੀ? ਪਰਸਨਲੀ ਮੈਂ ਕਹਿ ਰਿਹਾ ਹਾਂ ਔਨ ਦਾ ਕੈਮਰਾ, ਮੈਂ ਬਹੁਤਾ ਸੈਲੀਬ੍ਰਿਟੀਜ਼ ਦੇ ਸਾਰਿਆਂ ਦੇ ਉਲਟ ਹੈ। ਇਹ ਆਉਂਦੇ ਤਾਂ ਹੈ ਨਹੀਂ ਗੇ ਜੀ ਮੁੜ ਕੇ। ਜਦੋਂ ਖਹਿਰਾ ਸਾਹਿਬ ਨੂੰ ਮਿਲਦੇ ਆ ਵੀ ਉਹਨਾਂ ਦੇ ਦਿਲ ਦੇ ਵਿੱਚ ਕਿਤੇ ਨਾ ਕਿਤੇ ਅਕਾਲੀ ਦਲ ਨੂੰ ਲੈ ਕੇ ਇੱਕ ਸੌਫਟ ਕਾਰਨਰ ਆ, ਅਕਾਲੀ ਦਲ ਨੂੰ ਕਿਤੇ ਨਾ ਕਿਤੇ ਉਹ ਚਾਹੁੰਦੇ ਨੇ ਵੀ ਅਕਾਲੀ ਦਲ ਇੱਕ ਮਜ਼ਬੂਤ ਧਿਰ ਦੇ ਵਜੋਂ ਉੱਭਰੇ। ਤੁਸੀਂ ਜਾਣਾ ਚਾਹੁੰਦੇ ਹੋ ਅਕਾਲੀ ਦਲ ਦੇ ਵਿੱਚ? ਮੈਂ ਅਕਾਲੀ ਦਲ ਦੀ ਰਿਸਪੈਕਟ ਕਰਦਾ। ਅਕਾਲੀ ਦਲ ਪੰਜਾਬ ਦੀ ਇੱਕ ਬਹੁਤ ਗਲੋਰੀਅਸ ਪਾਰਟੀ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਰਤਨਦੀਪ ਸਿੰਘ ਧਾਲੀਵਾਲ ਸਵਾਗਤ ਕਰਦੇ ਹਾਂ ਤੁਹਾਡਾ ਟਾਕ ਵਿਦ ਰਤਨ ਦੇ ਵਿੱਚ। ਜੇ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਪੰਜਾਬ ਦੇ ਵਿੱਚ ਆਏ ਦਿਨ ਨਿੱਤ ਕੋਈ ਨਾ ਕੋਈ ਮਸਲਾ ਭਾਰੂ ਰਹਿੰਦਾ ਗਾ, ਪਰ ਕੁਝ ਮਸਲੇ ਅਜਿਹੇ ਨੇ ਜਿਨ੍ਹਾਂ ਨੂੰ ਜੇ ਅਸੀਂ ਸਿਆਸੀ ਲੋਕਾਂ ਦੀ ਗੱਲ ਕਰਦੇ ਹਾਂ ਉਠਾਉਂਦੇ ਜ਼ਰੂਰ ਨੇ, ਪਰ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਜਾਂ ਅਸੀਂ ਸਿਆਸੀ ਪਾਰਟੀਆਂ ਦੀ ਗੱਲ ਕਰ ਲਈਏ, ਮਸਲਾ ਉਦੋਂ ਤੱਕ ਹੀ ਜਿੰਦਾ ਰਹਿੰਦਾ ਗਾ ਜਦੋਂ ਤੱਕ ਉਹਦੀ ਲੋੜ ਹੋਵੇ। ਜਿਵੇਂ ਕਿ ਸਾਡੇ ਚੰਡੀਗੜ੍ਹ ਦਾ ਮਸਲਾ, ਸਾਡੀ ਭਾਸ਼ਾ ਦਾ ਮਸਲਾ, ਵੱਧ ਅਧਿਕਾਰਾਂ ਦਾ ਮਸਲਾ ਤੇ ਹੋਰ ਬੜਾ ਕੁਝ। ਪਰ ਪੰਜਾਬ ਦੀ ਰਾਜਨੀਤੀ ਦੇ ਵਿੱਚ ਆਏ ਦਿਨ ਬੜਾ ਕੁਝ ਚੱਲਦਾ ਰਹਿੰਦਾ ਗਾ, ਸਰਕਾਰ ਵਾਲੇ ਪਾਸਿਓਂ, ਵਿਰੋਧੀਆਂ ਵਾਲੇ ਪਾਸਿਓਂ। ਹੁਣ ਤਾਂ ਪਾਰਟੀਆਂ ਵੀ 3 ਹੋ ਗਈਆਂ। ਬਹੁਤ ਕੁਝ ਆ ਪੰਜਾਬ ਦੇ ਵਿੱਚ, ਪਰ ਕੀ ਬਹੁਤ ਕੁਝ ਦੇ ਵਿੱਚ ਸਿਆਸੀ ਲੋਕ ਬਹੁਤ ਕੁਝ ਕਰ ਰਹੇ ਨੇ ਜਾਂ ਫਿਰ ਸਿਰਫ ਆਪਦੇ ਵੋਟ ਬੈਂਕ ਨੂੰ ਪੱਕਾ ਕੀਤਾ ਜਾਂਦਾ ਗਾ, ਵੋਟਾਂ ਲਈਆਂ ਜਾਂਦੀਆਂ ਗੀਆਂ, ਫਿਰ 4 ਸਾਲ ਚੰਡੀਗੜ੍ਹ ਆ ਕੇ ਬੈਠਿਆ ਜਾਂਦਾ ਗਾ। ਜੇ ਅਸੀਂ ਸਿਆਸੀ ਲੀਡਰਾਂ ਦੀ ਗੱਲ ਕਰਦੇ ਹਾਂ, ਉਹਨਾਂ ਵਿੱਚੋਂ ਇੱਕ ਲੀਡਰ ਨੇ ਸਰਦਾਰ ਸੁਖਪਾਲ ਸਿੰਘ ਖਹਿਰਾ, ਜਿਹੜੇ ਹਰ ਇੱਕ ਮਸਲੇ ਤੇ ਬੋਲਦੇ ਨੇ, ਲੋਕ ਉਮੀਦ ਵੀ ਰੱਖਦੇ ਨੇ, ਖਾਸ ਕਰਕੇ ਜੇ ਅਸੀਂ ਮਾਲਵੇ ਖਿੱਤੇ ਦੀ ਗੱਲ ਕਰਦੇ ਹਾਂ। ਪਰ ਫਿਰ ਕਿਤੇ ਨਾ ਕਿਤੇ ਲੋਕਾਂ ਦੀਆਂ ਉਮੀਦਾਂ ਉਵੇਂ ਖਰੀਆਂ ਨਹੀਂ ਉਤਰਦੀਆਂ। ਸਾਰੇ ਸਵਾਲ ਜਵਾਬ ਕਰਾਂਗੇ ਅੱਜ ਇਸ ਵਿਸ਼ੇਸ਼ ਮੁਲਾਕਾਤ ਦੇ ਵਿੱਚ। ਸਾਡੇ ਨਾਲ ਮੌਜੂਦ ਰਹਿਣਗੇ ਸਰਦਾਰ ਸੁਖਪਾਲ ਸਿੰਘ ਖਹਿਰਾ। ਖਹਿਰਾ ਸਾਹਿਬ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਬਹੁਤ ਸ਼ੁਕਰੀਆ ਜੀ, ਸਭ ਨੂੰ ਫਤਿਹ ਹੈ ਜੀ। ਜੀ ਖਹਿਰਾ ਸਾਹਿਬ, ਪਹਿਲਾ ਸਵਾਲ ਤਾਂ ਮੇਰਾ ਇਹੀ ਹੋਊਗਾ, ਤੁਹਾਡੇ ਤੋਂ ਲੋਕਾਂ ਨੂੰ ਉਮੀਦਾਂ ਬਹੁਤ ਆ, ਤੁਸੀਂ ਹਰ ਇੱਕ ਮਸਲਾ ਬੜੇ ਬੇਬਾਕੀ ਨਾਲ ਚੱਕਦੇ ਹੋ। ਈਡੀ ਦੀਆਂ ਰੇਡਾਂ ਵੀ ਪਈਆਂ, ਯੂਆਪਾ ਵਰਗੇ ਕੇਸ ਵੀ ਦੇਖੇ, ਤੁਸੀਂ ਬਹੁਤ ਕੁਝ ਦੇਖ ਲਿਆ। ਕੀ ਤੁਹਾਨੂੰ ਲੱਗਦਾ ਵਾਕਿਆ ਹੀ ਦਿਲ ਦੇ ਵਿੱਚ ਜੇ ਅਸੀਂ ਦਿਲ ਦਾ ਕੋਣਾ ਛਾਨੀਏ ਜਾਂ ਨਬਜ਼ ਫੜਨ ਦੀ ਕੋਸ਼ਿਸ਼ ਕਰੀਏ, ਇਨਸਾਨੀਅਤ ਜ਼ਿੰਦਗੀ ਜਾਂ ਫਿਰ ਸਿਆਸੀ ਵੋਟ ਬੈਂਕ ਕਰਕੇ ਆ ਦੂਜੇ ਲੀਡਰਾਂ ਦੀ ਤਰ੍ਹਾਂ ਹੈ? ਕੀ ਆ? ਬਹੁਤ ਟਾਈਮ ਹੋ ਗਿਆ ਰਾਜਨੀਤੀ ਦੇ ਵਿੱਚ, ਪਹਿਲਾਂ ਕਾਂਗਰਸ, ਫਿਰ ਆਮ ਆਦਮੀ ਪਾਰਟੀ, ਫਿਰ ਆਪਣੀ ਪਾਰਟੀ, ਫਿਰ ਦੁਬਾਰਾ ਕਾਂਗਰਸ। ਅਸਲ ਦੇ ਵਿੱਚ ਕੀ ਆ ਪੰਜਾਬ? ਅਸਲ 'ਚ ਰਤਨ, ਜਿਹੜਾ ਮੇਰਾ ਸਟਾਈਲ ਆਫ ਪੋਲੀਟਿਕਸ ਹੈ ਨਾ, ਇਹ ਮੈਂ ਆਪਣੇ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ, ਅੱਜ ਉਹ ਸਾਡੇ ਦਰਮਿਆਨ ਨੇਗੇ, ਇਹ ਉਹਨਾਂ ਤੋਂ ਇਨਹੈਰਿਟ ਕੀਤਾ ਮੈਂ ਜੀ। ਉਹਨਾਂ ਨੂੰ ਮੈਂ ਜਦੋਂ ਬਚਪਨ 'ਚ, ਜਦੋਂ ਉਹ ਅਕਾਲੀ ਦਲ ਦੇ ਬੜੇ ਸਿਰਕੱਢ ਲੀਡਰ ਸੀਗੇ, ਬੜੀਆਂ ਕੈਦਾਂ ਕੱਟੀਆਂ, ਬੜੀ ਵਾਰ ਨਜ਼ਰਬੰਦ ਰਹੇ ਜੀ, ਉਹਨਾਂ ਨੂੰ ਮੈਂ ਬਹੁਤ ਸਟਰਗਲ ਕਰਦੇ ਦੇਖਿਆ। ਔਰ ਉਹਨਾਂ 'ਚ ਇੱਕ ਗੱਲ ਜਿਹੜੀ ਮੈਨੂੰ ਬਹੁਤ ਸਪਾਰਕਲਿੰਗਲੀ ਅੱਛੀ ਲੱਗਦੀ ਸੀ ਕਿ ਉਹ ਹਮੇਸ਼ਾ ਸੱਚ ਬੋਲਦੇ ਸੀ, ਤੇ ਜਿਹਨੂੰ ਕੋਈ ਗੱਲ ਕਹਿਣੀ ਸੀ ਉਹਨੂੰ ਉਹਦੇ ਚਿਹਰੇ ਤੇ ਕਹਿ ਦਿੰਦੇ ਸੀਗੇ। ਉਹ ਕਦੀ ਪਿੱਛੋਂ ਨਹੀਂ ਸੀ ਬੋਲਦੇ। ਔਰ ਜਦ ਜਿੰਨੀ ਦੇਰ ਵੀ ਉਹਨਾਂ ਨੇ ਪੋਲੀਟਿਕਸ ਕੀਤੀ, ਬੜੀ ਸੈਲਫ ਰਿਸਪੈਕਟ ਨਾਲ ਕੀਤੀ। ਸਭ ਤੋਂ ਪਹਿਲਾਂ ਉਹਨਾਂ ਨੇ ਆਪਣੀ ਪੱਗ ਦਾ ਧਿਆਨ ਰੱਖਿਆ, ਚਾਹੇ ਕੋਈ ਬਾਦਲ ਹੋਵੇ ਤੇ ਚਾਹੇ ਕੋਈ ਹੋਰ ਲੀਡਰ ਹੋਵੇ। ਔਰ ਜਿਹੜੀ ਗੱਲ ਉਹ ਕਹਿੰਦੇ ਸੀ ਉਹਦੇ ਤੇ ਫਿਰ ਪਹਿਰਾ ਦਿੰਦੇ ਸੀਗੇ। ਸੋ ਇੱਕ ਤਾਂ ਬਿਕੋਜ਼ ਉਹ ਮੇਰੇ ਪਿਤਾ ਜੀ ਸੀਗੇ, ਇੱਕ ਉਹਨਾਂ ਦੇ ਜੈਨੇਟਿਕਲੀ ਮੇਰੇ 'ਚ ਕੁਛ ਨਾ ਕੁਛ ਤਾਂ ਆਉਣਾ ਹੀ ਸੀਗਾ। ਦੂਸਰਾ ਉਹਨਾਂ ਦੇ ਚੰਗੇ ਸੰਸਕਾਰ, ਜਿਹੜੇ ਮੈਨੂੰ ਉਹਨਾਂ ਨੇ ਜੋ ਵੀ ਸਮਾਂ ਮਿਲਣਾ ਮੇਰੇ ਨਾਲ, ਉਹਨਾਂ ਨੇ ਮੈਨੂੰ ਹਮੇਸ਼ਾ
ਆਹੀ ਗੱਲਾਂ ਮੈਨੂੰ ਕਹਿਣੀਆਂ ਕਿ ਡਰਨਾ ਨਹੀਂਗਾ, ਘਬਰਾਉਣਾ ਨਹੀਂਗਾ ਔਰ ਜ਼ੁਲਮ ਦੇ ਖਿਲਾਫ ਲੜਨਾ। ਸੋ ਆਈ ਥਿੰਕ ਉਹ ਜਿਹੜੀ ਸਪਿਰਿਟ ਹੈ ਮੇਰੇ ਵਿੱਚ ਆਈ ਹੋਈ ਆ। ਹਾਲਾਂਕਿ ਅੱਜ ਦੇ ਯੁੱਗ ਵਿੱਚ ਜਿਹੜੀ ਜ਼ਿਆਦਾ ਪੋਲੀਟੀਕਲ ਲੋਕ ਨੇ ਉਹ ਦੇ ਡੂ ਪੋਲਿਟਿਕਸ ਬਾਈ ਦ ਬ੍ਰੇਨਸ। ਜਿੱਦਾਂ ਚੈਸ ਦੀ ਗੇਮ ਹੁੰਦੀ ਨਾ, ਮੋਰੇ ਬੜੇ ਤਰੀਕੇ ਨਾਲ ਸੰਭਲ ਕੇ ਚੱਲਦੇ ਨੇ ਜੀ। ਔਰ ਮੈਂ ਦੇਖਿਆ ਕਿ ਅੱਜ ਵਾਲਾ ਜਿਹੜਾ ਯੁੱਗ ਹੈਗਾ ਉਹ ਪੋਲਿਟਿਕਸ ਨੂੰ ਦਿਮਾਗ ਨਾਲ ਕਰਨ ਵਾਲਾ ਯੁੱਗ ਹੈਗਾ। ਪਰ ਕਿਤੇ ਨਾ ਕਿਤੇ ਮੇਰਾ ਫਰਕ ਇਹ ਹੈਗਾ ਕਿ ਆਈ ਡੂ ਪੋਲਿਟਿਕਸ ਬਾਈ ਦਾ ਹਾਰਟ। ਮੈਂ ਆਪਣੇ ਦਿਲ ਦੀ ਆਵਾਜ਼ ਸੁਣਦਾ ਵਾਂ ਜੀ। ਜੋ ਮੈਨੂੰ ਚੰਗਾ ਲੱਗਦਾ। ਹੋ ਸਕਦਾ ਉਹ ਦਿਲ ਦੀ ਆਵਾਜ਼ ਜਿਹੜੀ ਆ ਉਹ ਬਹੁਤ ਲੋਕਾਂ ਨੂੰ ਚੰਗੀ ਲੱਗਦੀ ਹੁੰਦੀ ਆ, ਪਰ ਤੁਹਾਡੇ ਪਾਰਟੀ ਦੇ ਆਗੂਆਂ ਨੂੰ ਚੰਗੀ ਨਹੀਂ ਲੱਗਦੀ। ਪਰ ਮੇਰੀ ਕੰਪਲਸ਼ਨ ਹੈ ਕਿ ਆਈ ਕੈਨੋਟ ਚੇਂਜ। ਨਾਓ ਆਈ ਐਮ ਅਬਾਊਟ 57 ਇਅਰਸ ਆਫ ਏਜ। ਹੁਣ ਇਸ ਏਜ ਵਿੱਚ ਆਣ ਕੇ ਮੈਂ ਆਪਣਾ ਸਟਾਈਲ ਨਹੀਂ ਚੇਂਜ ਕਰ ਸਕਦਾ। ਸੋ ਮੈਂ ਜੋ ਕਰ ਰਿਹਾ ਵਾਂ, ਆਪਣੇ ਦਿਲ ਦੀ ਆਵਾਜ਼, ਆਪਣੀ ਜ਼ਮੀਰ ਦੀ ਆਵਾਜ਼ ਸੁਣ ਕੇ ਮੈਂ ਆਪਣਾ ਕੰਮ ਕਰਦਾ ਵਾਂ। ਉਹਦੇ ਚਾਹੇ ਨਫਾ ਹੋਵੇ ਤੇ ਚਾਹੇ ਹੋਵੇ ਨੁਕਸਾਨ। ਤੁਹਾਨੂੰ ਲੱਗਦਾ ਵੀ ਦਿਲ ਦੀ ਆਵਾਜ਼ ਜਿੰਨੇ ਵਾਰ ਤੁਸੀਂ ਸੁਣੀ ਹੈ ਉਹਦੇ 'ਚ ਜ਼ਿਆਦਾ ਨੁਕਸਾਨ ਹੀ ਹੋਇਆ ਖਹਿਰਾ ਸਾਹਿਬ ਨੂੰ? ਨਹੀਂ, ਦੇਖੋ ਪਤਾ ਕੀ ਗੱਲ ਹੈ, ਹੁਣ ਤੁਸੀਂ ਮੇਰਾ ਹੀ ਪਿਛਲੇ 25 ਸਾਲ ਦਾ ਤੁਸੀਂ ਕੈਰੀਅਰ ਦੇਖ ਲਓ। 25 ਸਾਲਾਂ 'ਚ ਸਟਰਗਲ ਤਾਂ ਮੈਨੂੰ ਬਹੁਤ ਰਹੀ, ਔਕੜਾਂ ਤਾਂ ਬਹੁਤ ਰਹੀਆਂ। ਤੇ ਮੈਂ ਜਿਹੜੇ ਰੂਟੀਨ ਪੋਲੀਟੀਕਲ ਲੋਕ ਜਿਹੜੇ ਨੂੰ ਧੰਦਾ ਬਣਾ ਕੇ ਚੱਲ ਜਾਂਦੇ ਨੇ, ਜਿਹੜੇ ਬਹੁਤ ਸਾਰਾ ਇਹਦੇ 'ਚੋਂ ਸਾਧਨ ਕੱਢਦੇ ਨੇ, ਪੈਸੇ ਕਮਾਉਂਦੇ ਨੇ, ਉਹਨਾਂ ਲੋਕਾਂ ਨੇ ਪੈਸੇ ਤਾਂ ਬਹੁਤ ਕਮਾਏ ਹੋਣਗੇ, ਲੇਕਿਨ ਜਿਹੜੀ ਰਿਸਪੈਕਟ ਹੈ ਉਹ ਮੇਰੇ ਹਿੱਸੇ ਬਹੁਤ ਆਈ ਹੈ। ਜੋ ਵੀ ਮੈਂ ਕੰਮ ਕੀਤਾ, ਸਟਾਰਟਿੰਗ ਫਰੋਮ 25 ਇਅਰਸ ਵੈਨ ਆਈ ਫੌਟ ਦ ਫਰਸਟ ਇਲੈਕਸ਼ਨ 1997 ਔਨਵਰਡਸ, ਆਹਿਸਤਾ ਮੇਰਾ ਜਿਹੜਾ ਰਿਸਪੈਕਟ ਲੈਵਲ ਸੀਗਾ ਲੋਕਾਂ 'ਚ ਵੱਧਦਾ ਗਿਆ। ਇੱਥੋਂ ਤੱਕ ਵਧਿਆ ਕਿ ਵਿਦੇਸ਼ਾਂ 'ਚ ਬੈਠੇ ਵੀ ਜਿਹੜੇ ਪੰਜਾਬੀ ਨੇ, ਅਗਰ ਤੁਸੀਂ ਉਹਨਾਂ ਨਾਲ ਗੱਲਬਾਤ ਕਰੋਗੇ ਤੇ ਅਗਰ ਉਹਨਾਂ ਵਿੱਚ ਉਂਗਲੀਆਂ ਦੇ ਕੁਝ ਲੀਡਰਾਂ ਨੂੰ ਪਸੰਦ ਕਰਦੇ ਹੋਣਗੇ ਤਾਂ ਉਹਦੇ 'ਚ ਮੇਰਾ ਨਾਮ ਵੀ ਸ਼ੁਮਾਰ ਹੈਗਾ ਵਾ। ਉਹ ਸਾਰਾ ਕੰਮ ਦੀ ਬਦੌਲਤ ਹੈ। ਇਸ ਕਰਕੇ ਆਈ ਨੈਵਰ ਰਿਪੈਂਟ ਕਿ ਮੈਂ ਜੀ ਸ਼ਾਇਦ ਮੈਂ ਆਹ ਫੈਸਲਾ ਨਾ ਕਰਦਾ ਤੇ ਮੈਂ ਆਹ ਹੋ ਜਾਂਦਾ, ਬਿਕੋਜ਼ ਇਹ ਮੇਰਾ ਮਕਸਦ ਨਹੀਂਗਾ। ਮੈਂ ਜਿੰਨੀ ਦੇਰ ਵੀ ਹੈਗਾ ਵਾਂ, ਮੈਂ ਜੈਨੂਅਨ ਔਰ ਅੱਛੇ ਇਸ਼ੂਜ਼ ਜਿਹੜੇ ਆਪਣੀ ਸਟੇਟ ਦੇ, ਠੀਕ ਹੈ ਸਾਡਾ ਦੇਸ਼ ਵੀ ਆਪਣਾ ਹੈਗਾ, ਲੇਕਿਨ ਜੋ ਸਾਡਾ ਪੰਜਾਬ ਆ, ਜੋ ਸਾਡੀ ਕੌਮ ਆ, ਉਹਦੇ ਲਈ ਮੈਂ ਹਮੇਸ਼ਾ ਤਤਪਰ ਰਹਿਣਾ ਐਂਡ ਆਈ ਵਿਲ ਕੰਟੀਨਿਊ ਟੂ ਡੂ ਸੋ ਇਰਰਿਸਪੈਕਟਿਵ ਉਹਦੇ ਨਤੀਜੇ ਕੀ ਨੇ। ਜਿਹੜੇ ਤੁਸੀਂ 25 ਸਾਲਾਂ ਦੀ ਗੱਲ ਕਰ ਰਹੇ ਹੋ, ਕਈ ਵਾਰ ਲੋਕਾਂ ਦੀਆਂ ਉਂਗਲਾਂ ਵੀ ਖਾਸ ਕਰਕੇ ਸਿਆਸੀ ਲੀਡਰਾਂ ਕਣੀ ਤਾਂ ਹੁੰਦੀਆਂ ਹੀ ਹੁੰਦੀਆਂ ਗੀਆਂ। ਉਹਦੇ 'ਚ ਫਿਰ ਜਦੋਂ ਤੁਹਾਡਾ ਨਾਮ ਆਉਂਦਾ, ਕਿਹਾ ਜਾਂਦਾ ਗਾ ਵੀ ਸੁਖਪਾਲ ਸਿੰਘ ਖਹਿਰਾ ਮੁੱਦਾ ਉਠਾਉਂਦੇ ਨੇ, ਪਰ ਫਿਰ ਕਿਤੇ ਨਾ ਕਿਤੇ ਜਾ ਕੇ ਕੰਪਰੋਮਾਈਜ਼ਸ ਹੋ ਜਾਂਦੇ ਨੇ। ਕਰਿਆ ਕੰਪਰੋਮਾਈਜ਼ਸ? ਨੈਵਰ। ਮੈਂ ਕੋਈ ਜਿਹੜਾ ਵੀ ਇਸ਼ੂ ਉਠਾਇਆ ਜੀ, ਮੈਂ ਜਦੋਂ ਲੀਡਰ ਆਫ ਆਪੋਜੀਸ਼ਨ ਸੀਗਾ ਤਾਂ ਜਿਹੜਾ ਰਾਣੇ ਗੁਰਜੀਤ ਦੇ ਖਿਲਾਫ ਮਾਈਨਿੰਗ ਸਕੈਂਡਲ ਆਇਆ ਸੀਗਾ ਜੀ, ਮੈਂ ਉਹਨੂੰ ਪੂਰੇ ਅਖੀਰ ਤੱਕ ਲੈ ਕੇ ਗਿਆ, ਅੱਧ ਵਿਚਾਲੇ ਨਹੀਂ ਛੱਡਿਆ ਜੀ। ਮੈਂ ਉਹਨੂੰ ਪਹਿਲਾਂ ਤਾਂ ਦੇਖੋ ਮੈਨੂੰ ਲੱਗੇ ਤਕਰੀਬਨ, ਮੈਨੂੰ ਲੱਗਦਾ ਸ਼ਾਇਦ ਗਲਤ ਨਾ ਹੋਵਾਂ ਤਾਂ 4-5 ਮਹੀਨੇ ਮੈਨੂੰ ਸਟਰਗਲ ਕਰਨਾ ਪਿਆ ਉਸ ਇਸ਼ੂ ਤੇ। ਰੋਜ਼ ਰਿਸਰਚ ਕਰਨੀ ਪਈ, ਨਵੀਂ ਇਨਫੋਰਮੇਸ਼ਨ ਲੈਣੀ ਪਈ। ਅਗਰ ਮੈਂ ਰੂਟੀਨ ਪੋਲੀਟੀਕਲ ਲੋਕਾਂ ਦੀ ਤਰ੍ਹਾਂ ਹੋਵਾਂ ਤੇ ਮੈਂ ਇੱਕ ਮੁੱਦਾ ਉਠਾਇਆ ਐਜ਼ ਅ ਲੀਡਰ ਆਫ ਆਪੋਜੀਸ਼ਨ, ਤੁਸੀਂ ਹੁਣ ਮੇਰੇ ਤੋਂ ਪਿੱਛੇ ਰਿਹਾ ਹੀ ਆ ਲੀਡਰ ਆਫ ਆਪੋਜੀਸ਼ਨ, ਉਹ ਰੋਜ਼ ਪੁਰਾਣੇ ਨੂੰ ਉੱਥੇ ਛੱਡ ਦਿੰਦੇ ਸੀ, ਨਵੇਂ ਨੂੰ ਫੜ ਲੈਂਦੇ ਸੀ, ਪੁਰਾਣਾ ਛੱਡ ਦਿੰਦੇ ਸੀ, ਨਵੇਂ। ਬਟ ਮੈਂ ਜਿਸ ਵੀ ਇਸ਼ੂ ਨੂੰ ਉਠਾਇਆ, ਜਿੱਦਾਂ ਯੂਆਪਾ ਉਠਾਇਆ ਸੀਗਾ, ਜਿਹਦੇ ਕਰਕੇ ਮੈਨੂੰ ਈਡੀ ਦਾ ਖਮਿਆਜ਼ਾ ਭੁਗਤਣਾ ਪਿਆ, ਮੈਂ ਉਹਦੇ ਤੇ ਫਿਰ ਪੂਰਾ ਰਿਸਰਚ ਕਰਕੇ, ਸਪੌਟ ਵਿਜ਼ਿਟਸ ਕਰਕੇ, ਪੂਰਾ ਡਾਟਾ ਇਕੱਠਾ ਕਰਕੇ, ਗਵਰਨਮੈਂਟ ਨੂੰ ਬੈਕਫੁੱਟ ਤੇ ਲਿਆ ਕੇ, ਉਹਦੇ 'ਚ ਮੈਂ ਗਲਤ ਨਾ ਹੋਵਾਂ ਤਾਂ ਮੈਂ ਇੱਕ ਆਪਣੀ ਕੌਂਸਟੀਟੂਐਂਸੀ ਦਾ ਜੋਗਿੰਦਰ ਸਿੰਘ ਗੁੱਜਰ ਨਾਮੀ ਵਿਅਕਤੀ ਛਡਾਇਆ ਜੋ ਇਟਲੀ ਤੋਂ ਆਇਆ ਸੀਗਾ ਜੀ, ਤੇ 5 ਮੁੰਡੇ ਹੋਰ FIR ਮੈਂ ਭੁੱਲ ਗਿਆ ਹੁਣ, ਸਮਾਣੇ ਸਦਰ ਦੀ ਪੁਲਿਸ ਸਟੇਸ਼ਨ ਦੀ FIR 5 ਮੁੰਡੇ ਯੂਆਪਾ 'ਚੋਂ ਮੈਂ ਜੇਲ੍ਹਾਂ 'ਚੋਂ ਕਢਾਏ ਬਾਹਰ। ਸੋ ਦੈਟ ਇਜ਼ ਅਗੇਨ ਲੌਜੀਕਲ ਫਾਈਟ। ਲਾਈਕਵਾਈਜ਼ ਜਿਹੜੇ ਵੀ ਇਸ਼ੂਜ਼ ਮੈਂ ਉਠਾਏ, ਮੈਂ ਉਹਨਾਂ ਨੂੰ ਹਮੇਸ਼ਾ, ਜਿੱਦਾਂ ਮੇਰੀ ਕੌਂਸਟੀਟੂਐਂਸੀ ਵਿੱਚ ਇੱਕ ਵਾਰ ਮੈਨੂੰ ਯਾਦ ਆ ਬਾਜੀਗਰ ਭਾਈਚਾਰੇ ਨਾਲ ਬੜਾ ਤਸ਼ੱਦਦ ਜਿਹਾ ਕਰਤਾ ਸੀ ਕੁਝ ਲੋਕਾਂ ਨੇ, ਤਾਕਤਵਰ ਲੋਕਾਂ ਨੇ, ਉਹਨਾਂ ਦਾ ਮੁੱਦਾ ਮੈਂ ਸਾਲ ਭਰ ਲੜਦਾ ਰਿਹਾ। ਨਹੀਂ ਤਾਂ ਬਾਜੀਗਰ ਗਰੀਬ ਆਦਮੀ ਸੀ, ਉਹਨਾਂ ਤਾਂ ਵੈਸੇ ਹੀ ਖੁਸ਼ ਸੀ ਕਿ ਤੁਸੀਂ ਇੱਕ ਵਾਰੀ ਕਹਿ ਦਿੱਤਾ ਜੀ, ਪਰ ਮੈਂ ਉਹਨਾਂ ਦਾ ਮੁੱਦਾ, ਮੈਨੂੰ ਯਾਦ ਹੈ ਉਦੋਂ SC ਕਮਿਸ਼ਨ ਦੇ ਚੇਅਰਮੈਨ ਸੀ ਸਰਦਾਰ ਬੂਟਾ ਸਿੰਘ ਜੀ, ਜਿਹੜੇ ਫਾਰਮਰ ਹੋਮ ਮਿਨਿਸਟਰ ਸੀਗੇ, ਉਹਨਾਂ ਤੱਕ ਮੈਂ ਦਿੱਲੀ ਗਿਆ, ਉਹਨਾਂ ਨੂੰ ਮੈਂ ਦਿੱਲੀ ਇੱਥੇ ਚੰਡੀਗੜ੍ਹ ਵਿਜ਼ਿਟ ਕੀਤੀ। ਉਹਨਾਂ ਨੇ ਇੱਕ ਪਾਸੇ ਉਸ ਵੇਲੇ ਪੰਜਾਬ ਦੇ DGP ਸੀ PS ਗਿੱਲ, ਇੱਕ ਪਾਸੇ DGP ਨੂੰ ਬਿਠਾਇਆ, ਇੱਕ ਪਾਸੇ ਬਾਜੀਗਰ ਬਿਠਾਏ, ਔਰ ਉਹਨਾਂ ਨੂੰ ਮੈਂ ਇਨਸਾਫ ਦਵਾਇਆ। ਹੋਰ ਬਹੁਤ ਸਾਰੇ ਇਸ਼ੂਜ਼ ਨੇ, ਮੇਰੇ ਖਿਲਾਫ ਬਹੁਤ ਪੋਲੀਟੀਕਲ ਵੈਂਡੇਟਾ ਹੋਇਆ ਜੀ, ਮੇਰੇ ਖਿਲਾਫ ਬਾਦਲਾਂ ਨੇ 6 ਮੁਕੱਦਮੇ ਦਰਜ ਕੀਤੇ, 150 ਬੰਦੇ ਨੂੰ, ਮੇਰੇ ਨੂੰ ਵਰਕਰ ਨੂੰ ਇੰਟੈਂਗਲ ਕਰ ਲਿਆ ਉਹਨਾਂ ਨੇ। ਉਹ ਮੈਂ ਸਾਰੇ 150 ਦਾ ਕੇਸ ਲੜਿਆ ਜੀ, ਅਖੀਰ ਤੱਕ ਲੜਿਆ। ਜਦੋਂ ਹੁਣ ਜਸਟਿਸ ਮਹਿਤਾਬ ਸਿੰਘ ਗਿੱਲ ਕਮਿਸ਼ਨ ਕੈਪਟਨ ਅਮਰਿੰਦਰ ਸਿੰਘ ਨੇ ਬਿਠਾਇਆ ਸੀ ਨਾ, ਜਿਹੜਾ ਬਦਲਾਖੋਰੀ ਦਾ ਕਮਿਸ਼ਨ ਸੀਗਾ ਜੀ, ਸਾਰੇ ਬਰੀ ਕਰਾਏ, ਆਪਣੇ ਆਪ ਨੂੰ ਵੀ ਠੀਕ ਕਰਾਇਆ ਤੇ ਸਾਰੇ ਬਰੀ ਕਰਾਏ। ਪਰ ਕਿਤੇ ਨਾ ਕਿਤੇ ਇਹ ਨਹੀਂ ਲੱਗਦਾ ਵੀ ਆਪਣਿਆਂ ਨਾਲ ਜਿਹੜਾ ਤੁਸੀਂ ਜੂਝਦੇ ਰਹੇ ਹੋ ਪਾਰਟੀ ਲੈਵਲ ਦੇ ਉੱਤੇ, ਪਾਰਟੀ ਨੂੰ ਕਿਤੇ ਨਾ ਕਿਤੇ ਢਾਹ ਲੱਗੀ ਹੈ? ਨਹੀਂ, ਦੇਖੋ ਇਦਾਂ ਨਹੀਂ ਹੁੰਦਾ। ਮੈਂ ਜਦੋਂ ਲੈਟਸ ਸੇ ਮੈਂ ਆਮ ਆਦਮੀ ਪਾਰਟੀ ਦੀ ਗੱਲ ਕਰ ਲਾਂ, ਮੈਂ ਜਦੋਂ ਲੀਡਰ ਆਫ ਆਪੋਜੀਸ਼ਨ ਸੀਗਾ, ਮੈਂ ਕੋਈ ਵੀ ਕੰਮ ਗਲਤ ਨਹੀਂ ਕੀਤਾ। ਮੈਂ ਇਸ ਲੈਵਲ ਤੱਕ ਲੜਾਈ ਉਸ ਵਕਤ ਦੀ ਸਰਕਾਰ ਨਾਲ ਪਾ ਲਈ
ਕਿ ਮੇਰੇ ਤੇ ਉਹਨਾਂ ਨੇ ਇੱਕ ਐਨਡੀਪੀਐਸ ਦਾ ਫਾਜ਼ਿਲਕਾ ਦਾ ਮੁਕੱਦਮਾ ਮੈਨੂੰ ਉਹਦੇ ਚ ਇਨਵੋਲਵ ਕਰ ਲਿਆ ਤੇ ਜਿਨ੍ਹਾਂ ਲੋਕਾਂ ਲਈ ਮੈਂ ਲੜ ਰਿਹਾ ਸੀ, ਕੇਜਰੀਵਾਲ ਲਈ ਲੜ ਰਿਹਾ ਸੀ ਨਾ, ਪਾਰਟੀ ਲਈ ਲੜ ਰਿਹਾ ਸੀ, ਮੇਰੀ ਆਪਣੀ ਜ਼ਾਤੀ ਤੇ ਲੜਾਈ ਕੋਈ ਨਹੀਂ ਸੀਗੀ। ਮੈਂ ਵੀ ਲੀਡਰ ਆਫ ਆਪੋਜੀਸ਼ਨ ਬਣ ਕੇ ਕੋਠੀ ਗੱਡੀ ਮੋਟਰ ਲੈ ਕੇ ਬਹਿ ਜਾਂਦਾ, ਨਰਮ ਜਿਹਾ ਵਿਰੋਧ ਕਰਦਾ ਰਹਿੰਦਾ, ਮੈਨੂੰ ਕਿਸੇ ਨੇ ਨਹੀਂ ਹਟਾਉਣਾ ਸੀਗਾ। ਬਟ ਬਿਕੋਜ਼ ਆਈ ਵਾਸ ਵੈਰੀ ਵੋਕਲ, ਆਈ ਵਾਸ ਲਾਈਕ ਉਹਨਾਂ ਨੂੰ ਲੱਗ ਗਿਆ ਸੀਗਾ ਕਿ ਜੇ ਇੱਕ ਮਿਨਿਸਟਰ ਇਹ 6-7 ਮਹੀਨਿਆਂ 'ਚ ਲੈ ਗਿਆ ਵਾ ਤੇ ਜੇ ਖਹਿਰਾ ਲੈ ਗਿਆ ਤੇ ਇਹ ਤਾਂ 2-3 ਮਿਨਿਸਟਰ ਸਾਡੇ ਲੈ ਜਾਊਗਾ ਤਾਂ ਸਾਡਾ ਮਤਲਬ ਬੇੜਾ ਗਰਕ ਹੋ ਜੂ ਪਾਰਟੀ ਦਾ। ਮੈਂ ਤਾਂ ਉਹਨਾਂ ਆਪਣੀ ਪਾਰਟੀ ਦੀ ਲੜਾਈ ਸਰਕਾਰ ਦੇ ਖਿਲਾਫ ਲੜ ਰਿਹਾ ਸੀਗਾ, ਪਰ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਸ਼ਾਇਦ ਪਤਾ ਨਹੀਂ ਸੀ, ਉਹਨਾਂ ਨੂੰ ਕੀਮਤ ਨਹੀਂ ਪਤਾ ਸੀਗੀ। ਔਰ ਉਹਨਾਂ ਨੇ ਜਦੋਂ ਬਿਕਰਮ ਮਜੀਠੀਆ ਤੋਂ ਮਾਫੀ ਮੰਗੀ ਕੇਜਰੀਵਾਲ ਨੇ, ਦੈਟ ਵਾਸ ਆਲਸੋ ਅ ਬਿਗ ਟਰਨਿੰਗ ਪੁਆਇੰਟ ਫॉर ਆਲ ਆਫ ਅਸ। ਸੋ ਅਸੀਂ ਸੋਚਿਆ ਕਿ ਕਿੱਦਾਂ ਦਾ ਲੀਡਰ ਹੈ ਜਿਹੜਾ ਸਾਨੂੰ ਅੱਗੇ ਕਰ ਦਿੰਦਾ ਤੇ ਆਪ ਪਿੱਛੋਂ ਇੱਕ ਛੋਟੀ ਜਿਹੀ ਡੈਫਾਮੇਸ਼ਨ ਦਾ ਕੀ ਕੇਸ ਹੁੰਦਾ ਜਿੱਦਾਂ ਦੇ 50 ਤੁਰੇ ਫਿਰਦੇ ਨੇ ਮਾਫੀ ਮੰਗ ਕੇ। ਔਰ ਮੈਨੂੰ ਮਤਲਬ ਮੈਂ ਐਡੇ ਸੰਗੀਨ ਕੇਸ ਜਿਹੜਾ ਹੁਣ ਵੀ ਮੈਂ ਲੜ ਰਿਹਾ, ਸੁਪਰੀਮ ਕੋਰਟ ਨੇ ਮੈਨੂੰ ਸਟੇ ਕੀਤਾ। ਜਿਹੜਾ ਈਡੀ ਨੇ ਵੀ ਐਫਆਈਆਰ ਚੱਕੀ ਉਹ ਐਨਡੀਪੀਐਸ ਦੀ ਫਾਜ਼ਿਲਕਾ ਦੀ ਐਫਆਈਆਰ ਹੀ ਚੱਕੀ ਐਜ਼ ਅ ਸ਼ਡਿਊਲਡ ਡਿਫੈਂਸ। ਮੈਂ ਤਾਂ ਉਹਨਾਂ ਦੀ ਲੜਾਈ ਲੜਦਾ ਅੱਜ ਤੱਕ ਵੀ ਲੜ ਰਿਹਾ ਵਾਂ ਤੇ ਉਹ ਮੇਰੇ ਨਾਲ ਖੜੇ ਹੀ ਨਹੀਂ। ਸੋ ਪਾਰਟੀਆਂ ਦੇ ਲੋਕ ਜਦੋਂ ਇਦਾਂ ਕਰਦੇ ਨੇ ਦੈਨ ਆਈ ਫੀਲ ਬੈਡ, ਦੈਨ ਆਈ ਫੀਲ ਬੈਕਸਟੈਬ, ਪਰ ਜਿਹੜੇ ਤੁਹਾਡੇ ਤੋਂ ਬਾਅਦ ਐਲਓਪੀ ਬਣੇ, ਜਿਹੜੇ ਤੁਸੀਂ ਕਹਿੰਦੇ ਵੀ ਨਵੇਂ ਮੁੱਦੇ ਚੱਕਦੇ ਰਹੇ, ਉਹ ਤਾਂ ਹੁਣ ਖਜ਼ਾਨਾ ਮੰਤਰੀ ਬਣ ਗਏ, ਤੁਸੀਂ ਵੀ ਬਣ ਜਾਣਾ। ਫਿਰ ਆ ਗਈ ਨਾ ਗੱਲ ਰਤਨ, ਉਹ ਰੂਟੀਨ ਪੋਲਿਟਿਕਸ। ਦੇਖੋ ਦੋ ਤਰ੍ਹਾਂ ਦੀ ਰਾਜਨੀਤੀ ਹੈ ਇੰਡੀਆ ਦੇ ਵਿੱਚ। ਇੱਕ ਹੈਗੀ ਆ ਖੁਸ਼ਾਮਦ ਦੀ ਤੇ ਪੈਸੇ ਦੀ ਰਾਜਨੀਤੀ। ਆਮ ਆਦਮੀ ਪਾਰਟੀ ਵਿੱਚ ਸ਼ਾਇਦ ਪੈਸਾ ਨਹੀਂ ਚੱਲਦਾ ਹੋਊਗਾ ਮੰਨ ਲਿਆ, ਖੁਸ਼ਾਮਦ ਬਹੁਤ ਚੱਲਦੀ ਹੈ ਕਿਉਂਕਿ ਕੇਜਰੀਵਾਲ ਬਹੁਤ ਸਬਸਰਵੀਐਂਸ ਚਾਹੁੰਦਾ ਸੀ, ਹਰ ਵੇਲੇ ਮੈਨੂੰ ਪੁੱਛ ਕੇ, ਹਰ ਵੇਲੇ ਮੇਰੇ ਨਾਲ ਗੱਲ ਕਰਕੇ। ਮੇਰਾ ਸੁਭਾਅ ਬਿਲਕੁਲ ਇਹਦੇ ਉਲਟ ਆ। ਮੈਂ ਰਿਸਪੈਕਟ ਤਾਂ ਕਰ ਸਕਦਾ ਕਿਸੇ ਲੀਡਰ ਦੀ, ਪਰ ਮੈਂ ਜਿੱਦਾਂ ਝੁੱਕ ਕੇ ਕਿਸੇ ਦੇ ਪੈਰੀਂ ਹੱਥ ਨਹੀਂ ਲਾ ਸਕਦਾ। ਤਾਂ ਮੇਰੀ ਆਪਣੀ ਅਣਖ ਹੈ ਕਿ ਮੈਂ ਆਪਣੀ ਸੈਲਫ ਰਿਸਪੈਕਟ ਰੱਖਦਾ। ਤਾਂ ਦੋ ਤਰੀਕੇ ਨੇ, ਇੱਕ ਤਾਂ ਆ ਜਿਹੜਾ ਮੈਂ ਦੱਸਿਆ ਕਿ ਪੈਸਾ ਤੇ ਖੁਸ਼ਾਮਦ ਦੀ ਪੋਲਿਟਿਕਸ ਹੈ। ਅਗਰ ਤੁਸੀਂ ਇਹ ਕਰੋਗੇ ਤਾਂ ਬਹੁਤ ਛੇਤੀ ਚੜ ਜਾਓਗੇ ਉੱਤੇ, ਮਤਲਬ ਜਲਦੀ ਬਣ ਜਾਓਗੇ। ਮੇਰੇ ਤੋਂ ਬਹੁਤ ਬਾਅਦ ਚਾਹੇ ਲੋਕ ਗਾਂ ਦੇ ਗਾਂ ਗਏ। ਦੂਸਰਾ ਰਾਹ ਜਿਹੜਾ ਹੈਗਾ ਉਹੀ ਆ ਫਿਰ ਸਟਰਗਲ ਵਾਲਾ ਤੇ ਸੱਚ ਦੀ ਰਾਹ ਤੇ ਚੱਲਣ ਵਾਲਾ ਤੇ ਸਹੀ ਨੂੰ ਸਹੀ ਕਹਿਣ ਵਾਲਾ। ਅਗਰ ਤੁਸੀਂ ਉਹ ਰਾਹ ਅਖਤਿਆਰ ਕਰਨਾ, ਉਹ ਔਖਾ ਬੜਾ ਵਾ, ਬਟ ਦੈਟ ਇਜ਼ ਅ ਬੈਟਰ ਵੇ। ਉਹਦੇ ਚ ਰਿਸਪੈਕਟ ਬਹੁਤ ਹੈ ਲੋਕਾਂ ਦਾ। ਪਰ ਆਮ ਆਦਮੀ ਪਾਰਟੀ ਨੇ ਕਿਹਾ ਜਦੋਂ ਤੁਸੀਂ ਲੋਕ ਸਭਾ ਇਲੈਕਸ਼ਨ ਬਠਿੰਡੇ ਜਾ ਕੇ ਲੜਦੇ ਹੋ ਵੀ ਇਹ ਬਾਦਲਾਂ ਨਾਲ ਮਿਲੇ ਵੇ ਆ, ਬਾਦਲਾਂ ਦੀ ਖੁਸ਼ਾਮਦ ਕੀਤੀ ਹੈ। ਤੁਹਾਨੂੰ ਲੱਗਦਾ ਮੇਰਾ ਸੁਭਾਅ ਕਿਸੇ ਨਾਲ ਮਿਲਣ ਵਾਲਾ ਵਾ? ਮੈਂ ਕੰਪਰੋਮਾਈਜ਼ ਕਰ ਸਕਦਾ ਵਾਂ? ਜਿਸ ਲੈਵਲ ਤੱਕ ਮੈਂ ਲੜਾਈ ਲੜੀ ਹੋਈ, ਮੇਰੇ ਤਾਂ ਆ ਜਿਹੜੇ ਮੁਕੱਦਮੇ ਮੇਰੇ ਤੇ ਹੋਏ ਲੜਾਈ ਕਰਕੇ ਹੋਏ ਨਾ। ਜੇ ਮੈਂ ਕੰਪਰੋਮਾਈਜ਼ ਪੋਲੀਟੀਸ਼ੀਅਨ ਹੁੰਦਾ ਤਾਂ ਫਿਰ ਤਾਂ ਮੈਂ ਤੁਹਾਨੂੰ ਦੱਸ ਰਿਹਾ ਮੈਂ ਹੁਣ ਨੂੰ ਪੰਜਾਬ ਦੇ 1-2 ਨੰਬਰ ਤੇ ਪਹੁੰਚਿਆ ਹੋਣਾ ਸੀਗਾ। ਆਈ ਨੈਵਰ ਡੂ ਦੈਟ। ਔਰ ਜਿਹੜਾ ਮੇਰੇ ਤੇ ਇਲਜ਼ਾਮ ਲਾਉਂਦੇ ਸੀ, ਮੈਂ ਉਹਨਾਂ ਨੂੰ ਪੁੱਛਿਆ, ਤੁਹਾਡੇ ਥਰੂ ਵੀ ਪੁੱਛ ਲੈਣਾ, ਅਕਸਰ ਜੇ ਕਹਿੰਦੇ ਮੈਂ ਬਾਦਲਾਂ ਤੋਂ ਪੈਸੇ ਲਏ ਤੇ ਕਿਤੇ ਤਾਂ ਲਏ ਹੋਣਗੇ ਕੋਈ, ਕਿਸੇ ਕੋ ਮਾੜਾ ਮੋਟਾ ਕੋਈ ਜਗ੍ਹਾ ਸਥਾਨ, ਕੋਈ ਰਕਮ, ਕੋਈ ਦੂਜਾ ਤੀਜਾ। ਇਹ ਬਿਲਕੁਲ ਬੋਗਸ ਇਲਜ਼ਾਮ ਸੀਗੇ, ਤਾਂ ਹੀ ਉਹ ਲੋਕਾਂ ਦੀ ਕਚਹਿਰੀ ਵਿੱਚੋਂ ਟਿਕੇ ਨੇਗੇ। ਠੀਕ ਹੈ, ਉਸ ਵੇਲੇ ਮੈਨੂੰ ਬਦਨਾਮ ਕੀਤਾ ਟੈਂਪਰੇਰੀਲੀ ਜੀ, ਬਟ ਮੈਂ ਇਸ ਤਰ੍ਹਾਂ ਦਾ ਵਿਅਕਤੀ ਨਹੀਂਗਾ। ਮੇਰੀ ਤਾਂ ਬਿਲਕੁਲ ਜ਼ਿੰਦਗੀ ਖੁੱਲੀ ਕਿਤਾਬ ਦੀ ਤਰ੍ਹਾਂ ਹੈਗੀ ਆ। ਜੋ ਕੁਛ ਹੈਗਾ ਮੈਂ ਸਾਹਮਣੇ ਆ ਲੋਕਾਂ ਦੇ। ਔਰ ਬਾਦਲਾਂ ਨਾਲ ਤਾਂ ਮੇਰੀ ਦੇਖੋ ਕਿਸ ਲੈਵਲ ਦੀ ਨਾਰਾਜ਼ਗੀ ਆ। ਜਿਹੜਾ ਇਹ ਮੇਰੇ ਤੇ ਈਡੀ ਦਾ ਕੇਸ ਹੋਇਆ, ਇਹਦਾ ਬੈਕਗਰਾਊਂਡ ਜਿਹੜਾ ਸੀ, ਆਧਾਰ ਜਿਹੜਾ ਕਾਂਗਰਸ ਨੇ ਚੱਕਿਆ ਲੀਡਰ ਆਫ ਆਪੋਜੀਸ਼ਨ ਵੇਲੇ, ਉਹਦਾ ਆਧਾਰ ਤਾਂ ਸੁਖਬੀਰ ਤੇ ਉਹਨਾਂ ਨੇ ਘੜਿਆ ਸੀ, ਬਿਕਰਮ ਨੇ 2015 ਚ। ਉਹੀ ਐਨਡੀਪੀਐਸ ਦਾ ਫਾਜ਼ਿਲਕਾ ਵਾਲਾ ਕੇਸ ਜਿਹਦੇ ਚ ਮੇਰੀ ਕਨਸਟੀਟੂਐਂਸੀ ਦਾ ਇੱਕ ਬੰਦਾ ਫੜਿਆ ਗਿਆ ਸੀਗਾ, ਉਹ ਮੈਨੂੰ ਕਾਲਾਂ ਕਰਨ ਲੱਗ ਗਿਆ। ਉਹ ਕਾਲਾਂ ਹੀ ਕਰਦਾ ਰਿਹਾ, ਉਹ ਕਾਲਾਂ ਦੇ ਆਧਾਰ ਤੇ ਮੈਨੂੰ ਇਨਵੋਲਵ ਕਰ ਲਿਆ। ਉਹੀ ਕਾਂਗਰਸ ਨੇ ਚੱਕਿਆ, ਉਹੀ ਈਡੀ ਨੇ ਚੱਕਿਆ। ਸੋ ਜਿਹੜੀ ਪਾਰਟੀ ਜਿਨ੍ਹਾਂ ਨਾਲ ਮੇਰੀ ਇਸ ਲੈਵਲ ਦੀ ਦੁਸ਼ਮਣੀ ਸੀ, ਉਹਨਾਂ ਨੇ ਮੇਰੇ ਤੇ 6 ਮੁਕੱਦਮੇ ਦਰਜ ਕੀਤੇ ਸੀ, ਬਾਦਲ ਐਂਡ ਕੰਪਨੀ ਨੇ 6 ਦੇ 6 ਕੁਆਸ਼ ਕੀਤੇ ਹਾਈ ਕੋਰਟ ਨੇ। ਡੂ ਯੂ ਥਿੰਕ ਆਈ ਕੈਨ ਮੇਕ ਅ ਕੰਪਰੋਮਾਈਜ਼? ਔਰ ਸਭ ਤੋਂ ਜ਼ਿਆਦਾ ਤਿੱਖੇ ਹਮਲੇ ਮੇਰੇ ਉਹਨਾਂ ਤੇ ਰਹੇ ਨੇ। ਤੁਸੀਂ ਮੇਰਾ ਬਠਿੰਡੇ ਦਾ ਕੈਂਪੇਨ ਕੱਢ ਲਓ, ਅਗਰ ਮੈਂ ਉਹਨਾਂ ਨੂੰ ਮਦਦ ਕਰਨ ਗਿਆ ਤੇ ਫਿਰ ਤਾਂ ਮੈਨੂੰ ਕਾਂਗਰਸ ਨੂੰ ਹਿੱਟ ਕਰਨਾ ਚਾਹੀਦਾ ਸੀਗਾ, ਪਰ ਮੇਰਾ ਅਟੈਕ ਜ਼ਿਆਦਾ ਹਰਸਿਮਰਤ ਤੇ ਬਾਦਲ ਪਰਿਵਾਰ ਤੇ ਸੀ। ਸੋ ਬੋਗਸ ਗੱਲਾਂ ਹੁੰਦੀਆਂ। ਤੁਹਾਨੂੰ ਕੀ ਲੱਗਦਾ ਗਾ ਐਲਓਪੀ ਬੰਦੇ ਕਹਿੰਦੇ ਦੁਬਾਰਾ ਰਹਿ ਗਏ, ਐਲਓਪੀ ਦੇ ਰੇਸ ਦੇ ਵਿੱਚ ਸੀ ਪ੍ਰਤਾਪ ਬਾਜਵਾ ਬਾਜੀ ਮਾਰ ਗਏ? ਨਹੀਂ, ਦੇਖੋ ਕੋਈ ਗੱਲ ਨਹੀਂ ਗੀ। ਇਹ ਪਾਰਟੀਆਂ ਨੇ ਆਪਣਾ ਫੈਸਲਾ ਲੈਣਾ ਹੁੰਦਾ। ਉਹਨਾਂ ਨੇ ਸੋਚ ਸਮਝ ਕੇ 2 ਅਪਾਇੰਟਮੈਂਟਸ ਕੀਤੀਆਂ, ਇੱਕ ਪੀਸੀਸੀ ਪ੍ਰੈਜ਼ੀਡੈਂਟ ਬਣਾਇਆ ਰਾਜਾ ਵੜਿੰਗ ਜੀ, ਇੱਕ ਪ੍ਰਤਾਪ ਬਾਜਵਾ। ਠੀਕ ਹੈ, ਹਰ ਇੱਕ ਕੋਸ਼ਿਸ਼ ਕਰਦਾ ਜ਼ਿੰਦਗੀ ਦੇ ਵਿੱਚ। ਮੈਂ ਵੈਸੇ ਇਸ ਲੈਵਲ ਤੱਕ ਵੀ ਕੋਸ਼ਿਸ਼ ਨਹੀਂ ਕੀਤੀ ਕਿ ਮੈਂ ਬਹੁਤ ਜਾ ਕੇ ਕਿਸੇ ਦੇ ਪੈਰ ਫੜਾਂ। ਮੇਰੀ ਕੋਸ਼ਿਸ਼ ਲੋਕ ਕਰ ਰਹੇ ਸੀਗੇ ਬਹੁਤ ਜ਼ਿਆਦਾ, ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਈਮੇਲਸ। ਕਾਂਗਰਸ ਪਾਰਟੀ ਨੂੰ ਪਤਾ ਨਹੀਂ ਕਿੰਨੀਆਂ ਗਈਆਂ, ਪਰ ਕੁਝ ਜਿਹੜੇ ਮੇਰੇ ਸਾਥੀ ਸੀ ਸ਼ਾਇਦ ਉਹਨਾਂ ਨੂੰ ਕਨਵਿੰਸ ਕਰ ਲਿਆ ਕਿ ਜੀ ਇਹ ਡਿਫੈਕਟ ਕਰ ਗਿਆ ਸੀਗਾ, ਇਹ ਹੁਣ ਨਵਾਂ ਪਾਰਟੀ 'ਚ ਆਇਆ, ਇੰਨੀ ਛੇਤੀ ਨਾ ਬਣਾਓ, ਕਿਸੇ ਸੀਨੀਅਰ ਨੂੰ ਬਣਾ ਦਿਓ। ਕੋਈ ਹਰਜ ਨਹੀਂਗਾ। ਨਾਲੇ ਮੈਨੂੰ ਗੱਲ ਦੱਸੋ ਕਿ ਤੁਹਾਨੂੰ ਅਹੁਦਾ ਕਾਹਦੇ ਲਈ ਚਾਹੀਦਾ ਵਾ? ਤੁਹਾਨੂੰ ਅਹੁਦਾ ਚਾਹੀਦਾ ਵਾ ਕਿ ਤੁਹਾਡੀ ਅਥਾਰਟੀ ਬਣ ਜਾਏ, ਤੁਹਾਡੀ ਗੱਲ ਵਿੱਚ ਵਜ਼ਨ ਆ ਜਾਏ। ਤਾਂ ਵਾਹਿਗੁਰੂ ਦੀ ਕਿਰਪਾ ਨਾਲ ਮੇਰੀ ਗੱਲ 'ਚ ਪਹਿਲਾਂ ਹੀ ਵਜ਼ਨ ਹੈਗਾ ਵਾ। ਮੈਨੂੰ ਨਾ ਵੀ ਅਹੁਦਾ ਦੇਣ, ਮੈਂ ਤੁਹਾਡੇ ਨਾਲ ਜੋ ਗੱਲ ਕਰ ਰਿਹਾ ਸਾਰੀ ਦੁਨੀਆ ਦੇ ਵਿੱਚ ਚਲੇ ਜਾਣੀ ਆ। ਤੇ ਦੂਸਰਾ, ਕੁਝ ਲੋਕਾਂ ਨੂੰ ਅਹੁਦਾ ਚਾਹੀਦਾ ਹੁੰਦਾ ਵਾ ਮਤਲਬ ਸ਼ਾਨੋ ਸ਼ੌਕਤ ਲਈ। ਉਹ ਵੀ ਪ੍ਰਮਾਤਮਾ ਨੇ, ਵਾਹਿਗੁਰੂ ਨੇ ਕਾਫੀ ਕੁਝ ਦਿੱਤਾ ਹੋਇਆ, ਜਿੰਨੀ ਕਿ ਸਾਨੂੰ ਚਾਹੀਦੀ ਰੋਟੀ ਪਾਣੀ ਖਾਣ ਵਾਸਤੇ। ਐਵਰੀਥਿੰਗ ਇਜ਼ ਗੁੱਡ।
So, and with 25 years of experience, I don't want any flamboyance in politics. So, ਉਹ ਤੋਂ ਬਗੈਰ ਵੀ ਚੱਲ ਜਾਂਦਾ ਵਾ। ਨਵੇਂ ਪ੍ਰਧਾਨ ਨੂੰ ਕਿਵੇਂ ਦੇਖਦੇ ਹੋ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ? ਠੀਕ ਹੈ, ਅੱਛਾ ਵਾ, ਹੀ ਇਜ਼ ਲਾਈਕ ਐਕਟਿਵ ਹੈ, ਯੂਥਫੁਲ ਹੈ। ਇਹ ਐਡਵਾਂਟੇਜ ਤਾਂ ਹੈ ਨਾ, ਜੇ ਤੁਸੀਂ ਬਹੁਤ ਕਿਸੇ ਬਜ਼ੁਰਗ ਨੂੰ ਬਣਾਉਂਦੇ ਹੋ ਅੱਜ ਦੇ ਯੁੱਗ ਵਿੱਚ ਭੱਜ ਦੌੜ ਕਰਨੀ ਬਹੁਤ ਔਖੀ, ਬਿਕੋਜ਼ ਲਾਈਫ ਪੋਲਿਟਿਕਸ ਬਹੁਤ ਤੇਜ਼ ਹੋਈ ਹੈ। ਕਈ ਵਾਰ ਪਹਿਲਾਂ ਅੱਜ ਤੋਂ 25-30-35 ਸਾਲ ਪਹਿਲਾਂ ਕਦੀ ਹਫਤੇ 10 ਦਿਨ 'ਚ ਇੱਕ ਮੁੱਦਾ ਆਉਂਦਾ ਸੀਗਾ, ਤੇ ਹੁਣ ਇੱਕ ਦਿਨ ਵਿੱਚ 10-12 ਮੁੱਦੇ ਆਉਂਦੇ ਨੇ। ਸੋ ਠੀਕ ਹੈ, ਉਹਨਾਂ ਨੇ ਜੋ ਚੂਜ਼ ਕੀਤਾ, ਆਈ ਹੋਪ ਦੈਟ ਹੀ ਪਰਫਾਰਮਸ ਵੈਲ। ਮੁੱਦੇ ਵੀ ਆਉਂਦੇ ਨੇ, ਐਲਾਨ ਵੀ ਬੜੇ ਹੁੰਦੇ ਨੇ ਸਰਕਾਰਾਂ ਵੱਲੋਂ, ਐਲਾਨਾਂ ਨੂੰ ਕਿਵੇਂ ਦੇਖਦੇ ਹੋ ਜਿਹੜੇ ਐਲਾਨਾਂ ਵਾਲਾ ਚੱਲ ਪਿਆ ਸਿਸਟਮ? ਦੇਖੋ, ਮੈਂ ਇਹ ਸਮਝਦਾ ਵਾਂ ਕਿ ਬਹੁਤ ਕੰਪੀਟੀਟਿਵ ਨਾ ਕੀ ਕਹਿੰਦੇ ਆ, ਫ੍ਰੀ ਬੀਜ਼ ਦੀ ਪੋਲਿਟਿਕਸ ਚੱਲ ਪਈ ਇੰਡੀਆ 'ਚ, ਚੱਲ ਪਈ ਆ, ਲੇਕਿਨ ਪੰਜਾਬ 'ਚ ਬਹੁਤ ਜ਼ਿਆਦਾ। ਮਤਲਬ ਆ ਵੀ ਮੁਫਤ, ਬਿਜਲੀ ਵੀ ਮੁਫਤ, ਰੋਟੀ ਵੀ ਮੁਫਤ, ਫਲਾਨਾ, ਇਹ ਬਹੁਤ ਚੰਗੀ ਗੱਲ ਨਹੀਂ ਹੈਗੀ। ਸੋਸ਼ਲ ਵੈਲਫੇਅਰ ਸਕੀਮ ਸਾਰੀ ਦੁਨੀਆ 'ਚ ਚੱਲਦੀਆਂ ਨੇ। ਓਲਡ ਏਜ ਪੈਨਸ਼ਨ ਅਲਾਉਡ ਹੈ, ਵਿਧਵਾ ਪੈਨਸ਼ਨ ਅਲਾਉਡ ਹੈ, ਕੋਈ ਗਰੀਬ ਆਦਮੀ ਕਿਤੇ ਲੋੜ ਆ ਮਾਰਿਆ ਜਾਂਦਾ, ਐਕਸ ਗ੍ਰੇਸ਼ੀਆ ਗ੍ਰਾਂਟਸ ਅਲਾਉਡ ਨੇ। ਪਰ ਜਿਹੜਾ ਇਹ ਸਭ ਕੁਝ ਮੁਫਤ ਦੇ ਦਿਆਂਗੇ, ਦਿਸ ਇਜ਼ ਨਾਟ ਗੁੱਡ। ਠੀਕ ਹੈ, ਤੁਸੀਂ ਉਹਨਾਂ ਨੂੰ ਲਾਈਫ ਬੈਟਰ ਬਣਾਓ। ਕਿਸੇ ਨੇ ਇਹ ਨਹੀਂ ਕਿਹਾ ਸੀਗਾ ਕਿ ਡੋਂਟ ਗਿਵ ਫਿਸ਼ ਟੂ ਅ ਮੈਨ ਟੂ ਈਟ, ਟੀਚ ਹਿਮ ਟੂ ਫਿਸ਼। ਮਤਲਬ ਇੱਕ ਬੰਦੇ ਨੂੰ ਮੱਛੀ ਦੇਣ ਦੀ ਬਜਾਏ ਉਹਨੂੰ ਮੱਛੀ ਪਕੜਨਾ ਸਿਖਾ ਦਿਓ, ਉਹਦੀ ਜ਼ਿੰਦਗੀ ਬਣ ਜਾਊਗੀ। ਸੋ ਵਾਟ ਅੱਜ ਪੰਜਾਬ ਦੇ ਵਿੱਚ ਲੋੜ ਹੈਗੀ ਆ ਕਿ ਜਿਹੜੇ ਸਾਡਾ ਮਿਆਰ ਡਿੱਗ ਚੁੱਕਾ ਨਾ ਬਹੁਤ ਜ਼ਿਆਦਾ, ਐਜੂਕੇਸ਼ਨ ਦਾ, ਹੈਲਥ ਕੇਅਰ ਦਾ, ਬਹੁਤ ਜ਼ਿਆਦਾ ਵੈਸੇ ਹੀ ਜਿੱਦਾਂ ਮਤਲਬ ਲੋਕਾਂ ਦਾ ਥੋਟ ਪ੍ਰੋਸੈਸ ਵਿੱਚ ਗਿਰਾਵਟ ਆਈ ਆ, ਇਹਨੂੰ ਇੰਪਰੂਵ ਕਰਨ ਦੀ ਲੋੜ ਹੈਗੀ ਆ। ਜਦੋਂ ਤੁਸੀਂ ਆਪਣੇ ਸਿਟੀਜ਼ਨਸ ਨੂੰ ਐਮਪਾਵਰ ਕਰ ਦਿਓਗੇ, ਉਹਨਾਂ ਨੂੰ ਅਵੇਅਰ ਕਰ ਦਿਓਗੇ, ਉਹਨਾਂ ਨੂੰ ਹਥਿਆਰ ਦੇ ਦਿਓਗੇ ਵਿੱਦਿਆ ਦਾ ਜਾਂ ਆਪਣੇ ਹਕੂਕ ਨੂੰ ਜਾਣਨ ਦਾ ਅਧਿਕਾਰ, ਆਪਣੇ ਆਪ ਜ਼ਿੰਦਗੀ ਚੰਗੀ ਕੱਟ ਲੈਣਗੇ। ਇੱਕ ਸੋਸ਼ਲ ਮੀਡੀਆ ਦੇ ਵਿੱਚ ਜਦੋਂ ਟਿਕਟਾਂ ਦੀ ਅਨਾਉਂਸਮੈਂਟ ਹੋਈ ਵੋਟਾਂ ਤੋਂ ਪਹਿਲਾਂ, ਤੁਹਾਡੇ ਬਾਰੇ ਇੱਕ ਚਰਚਾ ਬੜੀ ਚੱਲੀ, ਇੱਕ ਜਿੱਦਾਂ ਕਹਿ ਦਈਏ ਵੀ ਮਜ਼ਾਕ ਵੀ ਬਣਿਆ ਵੀ ਖਹਿਰਾ ਸਾਹਿਬ ਨਾਲ ਕਮਾਲੂ ਸਾਹਿਬ ਨੂੰ ਵੀ ਲੈ ਗਏ, ਪਿਰਮਲ ਧੌਲਾ ਨੂੰ ਵੀ ਲੈ ਗਏ, ਵੀ ਆਪ ਟਿਕਟ ਲੈ ਗਏ, ਉਹ ਵਿਚਾਰੇ ਰਹਿ ਗਏ ਦੇਖਦੇ। ਹਾਂ, ਅੱਛਾ ਸਵਾਲ ਹੈ। ਦੇਖੋ, ਗੱਲ ਇਹ ਆ ਕਿ ਜਦੋਂ ਅਸੀਂ ਕਾਂਗਰਸ ਜੁਆਇਨ ਕੀਤੀ ਉਦੋਂ ਕੈਪਟਨ ਅਮਰਿੰਦਰ ਸਿੰਘ ਸੀਗੇ, ਉਹਨਾਂ ਨੇ ਸਾਡੇ ਨਾਲ ਕਮਿਟਮੈਂਟ ਕੀਤੀ ਸੀ, ਕੀਤੀ ਰਾਵਤ ਨੇ ਵੀ ਸੀਗੀ, ਠੀਕ ਹੈ, ਜਨਰਲ ਸੈਕਟਰੀ ਸੀਗੇ। ਤੇ ਜਦੋਂ ਅਸੀਂ ਰਾਹੁਲ ਗਾਂਧੀ ਨੂੰ ਮਿਲੇ ਦਿੱਲੀ, ਉਹਨਾਂ ਨੇ ਉਹ ਕਮਿਟਮੈਂਟ ਰਾਵਤ ਨੇ ਰਾਹੁਲ ਗਾਂਧੀ ਦੇ ਸਾਹਮਣੇ ਦੁਹਰਾ ਦਿੱਤੀ, ਠੀਕ ਹੈ। ਫਿਰ ਇਲੈਕਸ਼ਨ ਦਾ ਦੌਰ ਆ ਗਿਆ। ਬਦਕਿਸਮਤੀ ਇਹ ਹੋਈ ਕਿ ਜਦੋਂ ਮੈਂ ਜਾ ਕੇ ਉਹਨਾਂ ਲਈ ਥੋੜਾ ਬਹੁਤਾ ਦੋਨਾਂ ਐਮਐਲਏਜ਼ ਵਾਸਤੇ ਕਰਨੀ ਸੀ ਟਿਕਟ ਦਾ, ਮੈਨੂੰ ਅਰੈਸਟ ਕੀਤਾ ਗਿਆ, ਮੈਨੂੰ ਪਟਿਆਲੇ ਜੇਲ੍ਹ 78 ਦਿਨ, ਉਹੀ 78 ਦਿਨਾਂ ਦੇ ਵਿੱਚ ਹੀ ਪਾਰਟੀਆਂ ਦੇ ਟਿਕਟਾਂ ਅਨਾਉਂਸ ਹੋ ਗਈਆਂ। ਮੈਨੂੰ ਤਾਂ ਉਹਨਾਂ ਨੇ ਅੰਦਰ ਬੈਠੇ ਦੇਤੀ, ਮੈਂ ਕਿਹੜਾ ਉੱਥੇ ਮੰਗਣ ਗਿਆ ਸੀਗਾ। ਦੂਸਰੇ ਦੋ ਐਮਐਲਏਜ਼ ਦੋਨੇ ਬਹੁਤ ਅੱਛੇ ਸੀਗੇ, ਮੇਰਾ ਬਹੁਤ ਸਾਥ ਦਿੱਤਾ ਉਹਨਾਂ ਨੇ, ਸਾਰੇ ਬਾਕੀ ਵੀ ਐਮਐਲਏਜ਼ ਬਹੁਤ ਅੱਛੇ ਜਿੰਨੇ ਵੀ ਹਨ। ਲੇਕਿਨ ਇਹ ਬੰਦੇ ਜਗਦੇਵ ਸਿੰਘ ਕਮਾਲੂ ਪਾਰਟਿਕੂਲਰਲੀ ਬਹੁਤ ਸਪਸ਼ਟਵਾਦੀ, ਬਹੁਤ ਇਮਾਨਦਾਰ ਟੂ ਦ ਕੋਰ, ਬਹੁਤ ਅੱਛਾ ਇਨਸਾਨ ਹੈ, ਮਤਲਬ ਪੋਲੀਟੀਸ਼ੀਅਨ ਹੈਗਾ ਉਹ ਬਿਲਕੁਲ ਵੀ। ਤੇ ਇਦਾਂ ਹੀ ਪਿਰਮਲ ਵੀ ਬਹੁਤ ਸਾਦਾ ਤੇ ਬਹੁਤ ਅੱਛਾ ਬੁਲਾਰਾ। ਹੁਣ ਪਿਰਮਲ ਦੀ ਸੀਟ ਤੇ ਜਾ ਕੇ ਚੰਨੀ ਨੇ ਮਤਲਬ ਕਲੇਮ ਕਰ ਦਿੱਤਾ, ਹੁਣ ਇੱਕ ਚੀਫ ਮਿਨਿਸਟਰ ਕਲੇਮ ਕਰ ਰਿਹਾ, ਉਹਦੀ ਟਿਕਟ ਉੱਦਾਂ ਕੱਟੀ ਗਈ। ਦੂਜੀ ਟਿਕਟ ਜਿਹੜੀ ਸਾਡੀ ਕੱਟੀ ਗਈ ਹੈਗੀ ਮੇਰੀ ਗੈਰ ਹਾਜ਼ਰੀ ਜਗਦੇਵ ਸਿੰਘ ਉਹਨਾਂ ਦੀ, ਉਹਨਾਂ ਨੇ ਕਿਉਂਕਿ ਮੂਸੇਵਾਲਾ ਨੂੰ ਮਾਨਸਾ ਦੇਣੀ ਸੀ ਤੇ ਮਾਨਸਾ ਵਾਲਾ ਬੰਸਲ ਨੂੰ ਧੱਕਤਾ ਮੋੜ 'ਚ। ਜੇ ਕਿਤੇ ਆਈ ਡੋਂਟ ਨੋ ਮੂਸੇਵਾਲਾ ਦਾ ਕਿੰਨਾ ਉਹਨਾਂ ਨੂੰ ਸ਼ੌਂਕ ਸੀ ਜਾਂ ਕੀ ਗੱਲ ਸੀ, ਕਿੱਦਾਂ ਹੋਇਆ, ਪਰ ਅਗਰ ਮੰਗਤ ਰਾਏ ਬੰਸਲ ਨੂੰ ਹੀ ਲੜਾਉਂਦੇ ਸ਼ੁਰੂ ਤੋਂ ਮਾਨਸਾ ਤੇ ਜਗਦੇਵ ਨੂੰ ਕਮਾਲੂ ਨੂੰ ਉੱਥੇ ਰਹਿਣ ਦਿੰਦੇ ਮੋੜ ਵਿੱਚ, ਦੇ ਕੁਡ ਹੈਵ ਪਰਫਾਰਮਡ ਬੈਟਰ। ਮੈਂ ਨਹੀਂ ਕਹਿ ਸਕਦਾ ਇੰਨੀ ਵੱਡੀ ਨੇਰੀ ਵਿੱਚ ਕੀ ਹੋਣਾ ਸੀਗਾ, ਬਟ ਅੱਛੇ ਇਨਸਾਨ ਸੀ ਔਰ ਮੈਂ ਉਹਨਾਂ ਦੋਨਾਂ ਐਮਐਲਏ ਦੀ ਅੱਜ ਵੀ ਕਦਰ ਕਰਦਾ। ਪਰਮਾਤਮਾ ਨੇ ਜਿੱਦਣ ਵੀ ਮੌਕਾ ਦਿੱਤਾ, ਆਈ ਵਿਲ ਡੈਫੀਨਿਟਲੀ ਹੈਲਪ ਦੈਮ ਆਊਟ। ਤੁਹਾਨੂੰ ਲੱਗਦਾ ਮੂਸੇ ਵਾਲੇ ਨੂੰ ਟਿਕਟ ਦੇਣਾ ਗਲਤੀ ਸੀ? ਮੈਂ ਵੈਸੇ ਨਾ ਪਰਸਨਲੀ ਮੈਂ ਕਹਿ ਰਿਹਾ ਹਾਂ ਔਨ ਦਾ ਕੈਮਰਾ, ਮੈਂ ਬਹੁਤਾ ਸੈਲੀਬ੍ਰਿਟੀਜ਼ ਦੇ ਸਾਰਿਆਂ ਦੇ ਉਲਟ ਹੈ, ਇਹ ਆਉਂਦੇ ਤਾਂ ਹੈ ਨਹੀਂ ਗੇ ਜੀ ਮੁੜ ਕੇ। ਕਿਸੇ ABC ਨਾ ਸਮਝਣ ਕੋਈ, ਮੂਸੇਵਾਲਾ ਮੇਰਾ ਛੋਟਾ ਭਰਾ ਹੀ ਆ, ਸਾਡਾ ਬੜਾ ਮਾਣ ਸਤਿਕਾਰ, ਮਤਲਬ ਗਾਉਂਦਾ ਬੜਾ ਅੱਛਾ, ਬੜੀ ਉਹਦੀ ਆਵਾਜ਼ ਵਿੱਚ ਦੇਖੋ, ਉਹਦੀ ਗੱਲ 'ਚ ਕਿੰਨਾ ਵੱਡਾ ਸੁਣਿਆ ਦੁਨੀਆ। ਅੱਜ ਹੀ ਕੋਈ ਨੇ ਗਾਣਾ ਲਾਂਚ ਕੀਤਾ, ਆਈ ਥਿੰਕ ਕੀ ਸੀ ਨਾਮ, ਕੱਲ ਹੀ ਆਇਆ ਗਾਣਾ, ਇੱਕ ਗਾਣਾ ਆਇਆ, ਉਹ ਗਾਣਾ ਦੁਨੀਆ ਭਰ 'ਚ ਚਲੇ ਗਿਆ ਵਾ। ਤੇ ਇੱਥੇ ਤਾਂ ਇਕੱਲੇ ਮਾਨਸਾ 'ਚ ਆਪਾਂ ਸਿਰਫ ਵੋਟਾਂ ਮੰਗਦੇ ਫਿਰਨਾ ਸੀਗਾ। ਸੋ ਉਹਨਾਂ ਦਾ ਕੰਮ ਇੱਕ ਲਹਿਦਾ ਵਾ, ਚਾਹੇ ਉਹ ਕ੍ਰਿਕਟਰਸ ਨੇ, ਚਾਹੇ ਉਹ ਸਿੰਗਰਸ ਨੇ, ਚਾਹੇ ਉਹ ਐਕਟਰਸ ਨੇ। ਤੁਸੀਂ ਮੈਨੂੰ ਦੱਸ ਦਿਓ ਕਿੰਨੇ ਐਕਟਰ ਸਿੰਗਰ ਬਣੇ ਨੇ, ਕਦੀ ਆਏ ਨੇ? ਹੁਣ ਸਨੀ ਦਿਓਲ ਨੂੰ ਲੋਕੀ ਰੋਂਦੇ ਫਿਰਦੇ ਨੇ, ਹੇਮਾ ਮਾਲਿਨੀ ਨੂੰ ਰੋਂਦੇ ਫਿਰਦੇ ਨੇ, ਜਯਾ ਪ੍ਰਦਾ ਨੂੰ ਰੋਂਦੇ ਫਿਰਦੇ ਨੇ। ਸੋ ਇਹ ਇੰਨੀ, ਮੈਂ ਤਾਂ ਹੈਰਾਨ ਹਾਂ ਨਾ, ਕੋਈ ਇੰਨੀ ਅੱਛੀ ਜ਼ਿੰਦਗੀ ਕੱਟ ਰਹੇ ਹੁੰਦੇ ਨੇ, ਚੰਗੇ 4 ਪੈਸੇ ਨੇ। ਇਹ ਤਾਂ ਕੰਮ ਹੀ ਬੜਾ ਔਖਾ ਜਿਹਾ ਹੈਗਾ ਜੇ, ਬਹੁਤ ਗਰਮੀਆਂ ਦੇ ਵਿੱਚ ਭੋਗਾਂ ਦੇ ਵਿਆਹ ਤੇ ਫਿਰਨਾ, ਲੋਕਾਂ ਦੇ ਹਰ ਇੱਕ ਗਰੀਬ ਤੋਂ ਗਰੀਬ ਦੀ ਗੱਲ ਸੁਣਨੀ, ਪੇਸ਼ੈਂਸ ਰੱਖਣੀ, ਕਿੱਥੇ ਹੁੰਦੀ ਇਹਨਾਂ ਕੋਲ ਪੇਸ਼ੈਂਸ? ਸੋ ਆਈ ਐਮ ਨਾਟ ਇਨ ਫੇਵਰ ਆਫ ਸੈਲੀਬ੍ਰਿਟੀਜ਼ ਬੀਇੰਗ, ਹਾਂ ਜੇ ਕਿਸੇ ਸੈਲੀਬ੍ਰਿਟੀ ਦਾ ਕੋਈ ਬਹੁਤ ਵੱਡਾ ਯੋਗਦਾਨ ਹੈ ਜੀ, ਯੂ ਨੋ, ਇਨਟੂ ਸਮਥਿੰਗ, ਜਿੱਦਾਂ ਆਈ ਵੁੱਡ ਸੇ ਕਿ ਸੋਨੂ ਸੂਦ ਸੀ, ਜਿੱਦਾਂ ਉਹਨੇ ਉਸ ਵੇਲੇ ਗਰੀਬਾਂ ਦੀ ਮਦਦ ਕੀਤੀ, ਜਾਂ ਤਾਂ ਪਹਿਲਾਂ ਤੁਸੀਂ ਕੋਈ ਕੰਮ ਕਰਕੇ ਦਿਖਾਓ ਨਾ, ਦੈਨ ਇਟਸ
ਅੰਡਰਸਟੂਡ ਕਿ ਤੁਹਾਡਾ ਕੋਈ ਕੰਟਰੀਬਿਊਸ਼ਨ ਹੈਗੀ ਹੈ, ਤੇ ਤੁਹਾਡੀ ਕੰਟਰੀਬਿਊਸ਼ਨ ਕੋਈ ਨਹੀਂ, ਤੁਸੀਂ ਪੈਰਾਟਰੂਪ ਕਰਕੇ ਆ ਗਏ ਹੋ, ਉਹ ਨਹੀਂ ਮੈਂ ਖਾਸ ਚੰਗਾ ਸਮਝਦਾ। ਜੇ ਦੇਖਦੇ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਤੁਹਾਡੀ ਇੱਕ ਟਾਈਮ ਨੇੜਤਾ ਵੀ ਰਹੀ ਆ, ਫਿਰ ਵਾਦ ਵਿਵਾਦ ਵੀ ਕਾਫੀ ਹੋਏ, ਇੱਥੋਂ ਤੱਕ ਵੀ ਕਿਹਾ ਗਿਆ ਵੀ ਭਗਵੰਤ ਮਾਨ ਨੇ ਸਾਰੀਆਂ ਵਿਕਟਾਂ ਸਿੱਟਤੀਆਂ, ਫੇਰ ਮੂਹਰੇ ਆਏ ਨੇ, ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਭਗਵੰਤ ਨਾਲ ਮੇਰੇ ਵੈਸੇ ਜਦੋਂ ਅਸੀਂ ਪਾਰਟੀ 'ਚ ਕੰਮ ਕਰਦੇ ਸੀ, ਕਿ ਉਦੋਂ ਬਸ ਫਾਰਮਲ ਜਿਹੇ ਤਾਲੁਕਾਤ ਸੀ। ਹੀ ਨੈਵਰ ਓਪਨਡ ਅਪ ਵਿਦ ਮੀ। ਹਾਲਾਂਕਿ ਮੈਂ 2-3 ਵਾਰੀ ਉਹਨੂੰ ਜੁੱਫੀ ਪਾ ਕੇ, ਇੱਕ ਵਾਰੀ ਉੱਥੇ ਜਿਹੜਾ ਬਾਬੇ ਬਗਾਲੇ ਦੀ ਰੱਖੜ ਪੁੰਨਿਆ ਸੀ, ਮੈਂ ਲੀਡਰ ਆਫ ਆਪੋਜੀਸ਼ਨ ਸੀਗਾ 2017 ਤੋਂ ਬਾਅਦ, ਰੱਖੜ ਪੁੰਨਿਆ ਦਾ ਮੇਲਾ ਸੀ ਜੀ, ਹਜ਼ਾਰਾਂ ਦਾ ਇਕੱਠ ਸੀਗਾ। ਜਦੋਂ ਮੇਰੀ ਵਾਰੀ ਬੋਲਣ ਦੀ ਆਈ, ਮੈਂ ਭਗਵੰਤ ਸਿੰਘ ਮਾਨ ਨੂੰ ਨਾਲ ਖੜਾ ਕਰਕੇ ਇਹਦੇ ਮੋਢਿਆਂ ਤੇ ਹੱਥ ਰੱਖ ਕੇ ਇੱਦਾਂ ਮੈਂ ਕਿਹਾ, ਜੇ ਆਪਣੀ ਸਰਕਾਰ ਬਣੇਗੀ ਤਾਂ ਇਹਨੂੰ ਚੀਫ ਮਿਨਿਸਟਰ ਬਣਾਉਣਾ। ਹੁਣ ਇਹਦੇ ਨਾਲੋਂ ਜ਼ਿਆਦਾ ਦੱਸੋ ਮੈਂ ਕਿੱਦਾਂ ਪਬਲਿਕਲੀ ਕਿਹਾ ਸੀਗਾ, ਬਟ ਸਮਹਾਉ ਉਹਨਾਂ ਨੂੰ ਕਦੀ ਇੱਦਾਂ ਲੱਗਿਆ ਨਹੀਂ ਕੌਨਫੀਡੈਂਸ ਕਿ ਮੈਂ 100% ਇਹਦੇ ਨਾਲ ਖੁੱਲ੍ਹ ਕੇ ਗੱਲ ਕਰਾਂ। ਤੇ ਇਸ ਤੋਂ ਇਲਾਵਾ ਜਿਹੜਾ ਤੁਸੀਂ ਕਿਹਾ ਕਿ ਉਹਨਾਂ ਨੇ ਵਿਕਟਾਂ ਕਰਾਤੀਆਂ, ਇਹ ਤਾਂ ਹੁਣ ਤੱਥ ਹੀ ਨੇ ਨਾ ਕਿ ਜਿੰਨੇ ਲੋਕ ਪੰਜਾਬ ਦੇ, ਜੇ ਪੰਜਾਬ ਤੋਂ ਦਿੱਲੀ ਵਾਲੀ ਗੱਲ ਛੱਡ ਦਿਓ, ਫੁਲਕਾ ਸਾਹਿਬ, ਡਾਕਟਰ ਗਾਂਧੀ, ਛੋਟੇਪੁਰ, ਗੁਰਪ੍ਰੀਤ ਘੁੱਗੀ, ਡਾਕਟਰ ਉਹ ਦਲਬੀਰ ਸਿੰਘ ਸੀਗੇ, ਕੀ ਨਾਮ ਸੀ ਉਹਦਾ, ਆਈ ਸਪੈਸ਼ਲਿਸਟ ਸੀਗੇ ਜਿਹੜੇ ਡਾਕਟਰ ਸਾਹਿਬ ਅੰਮ੍ਰਿਤਸਰ ਤੋਂ, ਮਤਲਬ ਜਿੰਨੇ ਵੀ ਮਾੜੇ ਮੋਟੇ ਜਿਹੜੇ ਕੋਈ ਥੋੜ੍ਹੇ ਜਿਹੇ ਅਣਖੀ ਜਿਹੇ ਬੰਦੇ ਸੀਗੇ, ਗੱਲ ਆਪਣੀ ਕਹਿਣਾ ਚਾਹੁੰਦੇ ਸੀ, ਉਹ ਹੌਲੀ ਹੌਲੀ ਕੱਢਦੇ ਗਏ। ਵੈਸੇ ਮੈਂ ਕੇਜਰੀਵਾਲ ਦਾ ਵੀ ਤੁਹਾਨੂੰ ਕਹਿਣਾ ਚਾਹੁੰਦਾ, ਇਹ ਮੇਰੇ ਲਈ ਫਿੱਟ ਪਾਰਟੀ ਹੈ ਹੀ ਨਹੀਂ ਸੀਗੀ। ਮੇਰੇ ਵਰਗਾ ਬੰਦਾ ਵੋਕਲ ਨਹੀਂ ਉਹ ਚੱਲ ਸਕਦੇ ਕਦੇ ਵੀ। ਮੇਰੇ ਵਰਗਾ ਆਦਮੀ ਜਿਹਨੇ ਆਪਣੀ ਗੱਲ ਕਹਿਣੀ ਆ, ਤੁਹਾਨੂੰ ਯਾਦ ਹੋਊਗਾ ਇੱਕ ਵਾਰੀ 2020 ਦੇ ਰੈਫਰੈਂਡਮ ਤੇ ਮੈਂ ਸਿਰਫ ਇੰਨਾ ਕਿਹਾ ਸੀਗਾ ਕਿ ਰੈਫਰੈਂਡਮ 2020 ਰੈਫਰੈਂਡਮ ਦੀ ਨੌਬਤ ਕਿਉਂ ਆਈ ਆ, ਗਵਰਨਮੈਂਟ ਇਹ ਲੱਭੇ ਕਿ ਸਿੱਖ ਨਾਰਾਜ਼ ਕਿਉਂ ਨੇ। ਉਹ ਬੜਾ ਸ਼ੋਰ ਮਚਿਆ, ਕਈ ਟੀਵੀਆਂ ਨੇ ਹੈਡਲਾਈਨ ਚਲਾਤੀ, ਖਹਿਰੇ ਨੇ 2020 ਦਾ ਕੀਤਾ ਸਮਰਥਨ, ਖਹਿਰੇ ਨੇ ਕੀਤਾ ਸਪੋਰਟ। ਮੈਨੂੰ ਦਿੱਲੀੋਂ ਤੁਹਾਡਾ ਜਿਹੜਾ ਮਨੀਸ਼ ਸਸੋਡੀਆ, ਇਹਦਾ ਟੈਲੀਫੋਨ ਆਇਆ तो मैंने कहने लगा जी कि आपने ये क्या किया है, ये हमारी हिंदू वोट खराब हो जाएगी। मैंने क्या किया, आप पहले सुना है आपने कुछ? और भाई साहब मेरी बात सुनो, मैंने पंजाब का अपना जो पक्ष है वो देखना है कि पंजाब के साथ क्या हो रहा है, कुछ ज्यादती तो नहीं हो रही, सिखों के साथ ज्यादती तो नहीं हो रही। मैंने आपकी बात नहीं सुननी है, मैंने अपनी स्टेट देखनी है। और अगली बार मेरे को बोलने से पहले प्लीज सी एंड वॉच आई सेड प्रॉपरली। तो उन्हें मुड़ के मैंने दोबारा नहीं टोकिया। सो ਉਹਨਾਂ ਨੂੰ ਆਦਤ ਜੀ ਪਈ ਹੋਈ ਸੀ ਕਿ ਹਰ ਇੱਕ ਨੂੰ ਟੋਕਣਾ, ਬਿਠਾਉਣਾ, ਖੜੇ ਹੋਣਾ। ਆਈ ਐਮ ਨਾਟ ਲਾਈਕ ਦੈਟ। ਸੋ ਮੇਰੇ ਲਈ ਪਾਰਟੀ ਫਿੱਟ ਨਹੀਂ ਸੀਗੀ। ਤੁਹਾਨੂੰ ਲੱਗਦਾ ਵੀ ਜਿਹੜੇ ਹਿਸਾਬ ਨਾਲ ਚਰਚਾਵਾਂ ਚੱਲ ਰਹੀਆਂ ਵੀ ਦਿੱਲੀ ਦੀ ਦਖਲਅੰਦਾਜ਼ੀ ਵੱਧਦੀ ਜਾ ਰਹੀ ਆ, ਕਿਹੋ ਜਿਹੀ ਰਾਜਨੀਤੀ ਰਹਿਣ ਵਾਲੀ ਆ ਪੰਜਾਬ ਦੀ, ਖਾਸ ਕਰਕੇ ਜੇ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰ ਲਈਏ, ਕਾਂਗਰਸ ਦੀ ਗੱਲ ਕਰ ਲਈਏ, ਮੁੱਖ ਵਿਰੋਧੀ ਧਿਰ ਦੇ ਵਿੱਚੋਂ ਕਿਹੋ ਜਿਹੇ ਰੋਲ ਰਹਿਣ ਵਾਲੇ? ਦਖਲਅੰਦਾਜ਼ੀ ਤੋਂ ਅੱਜ ਦੀ ਤਾਜ਼ੀ ਗੱਲ ਹੀ ਸੁਣ ਲਓ, ਕੱਲ੍ਹ ਦੀ ਜਿਹੜਾ ਜਿੰਨੇ ਪਾਵਰ ਆਫਿਸਰ ਸੀ, ਜਿੰਨੇ ਪਾਵਰ ਦੇ ਅਫਸਰ ਸੀ, ਪ੍ਰਿੰਸੀਪਲ ਸੈਕਟਰੀ, ਸਾਰੇ ਕੇਜਰੀਵਾਲ ਨੇ ਕੱਲ੍ਹ ਦਿੱਲੀ ਬੁਲਾਏ ਹੋਏ ਸੀ। ਵਾਟ ਫॉर? ਪੰਜਾਬ ਦਾ ਚੀਫ ਮਿਨਿਸਟਰ ਚੰਡੀਗੜ੍ਹ ਰਹਿੰਦਾ ਵਾ, ਕਹਿੰਦੇ ਜੀ ਅਸੀਂ 300 ਯੂਨਿਟ ਦੀ ਫ੍ਰੀ ਦੇਣੀ ਸੀ ਬਿਜਲੀ ਵਾਲਾ ਜਿਹੜਾ ਵਾਅਦਾ ਗਾਰੰਟੀ ਕੀਤੀ, ਤੇ ਉਹ ਕੇਜਰੀਵਾਲ ਕਿਉਂ ਬੁਲਾਵੇ ਉੱਥੇ ਅਫਸਰਾਂ ਨੂੰ ਜੀ? ਉਹਨਾਂ ਦਾ ਕੀ ਅਧਿਕਾਰ ਹੈ? ਰਾਘਵ ਚੱਡਾ ਕੌਣ ਲੱਗਦਾ ਉੱਥੇ ਵਿੱਚ ਬਹਿਣ ਦਾ, ਅਫਸਰਾਂ ਦੇ ਵਿੱਚ ਬਣਾਉਣ ਦਾ? ਠੀਕ ਹੈ, ਰਾਜ ਸਭਾ ਬਣਾਤਾ ਇਹਨਾਂ ਨੇ, ਅਨਦਰ ਮੈਟਰ। ਸੋ ਇਹ ਭਗਵੰਤ ਮਾਨ ਦਾ ਇੱਕ ਮੈਸੇਜ ਜਾ ਰਿਹਾ ਲੋਕਾਂ ਦੇ ਵਿੱਚ ਕਿ ਇਹਨੇ ਆਪਣੇ ਆਪ ਨੂੰ ਸਰੈਂਡਰ ਕਰ ਰਿਹਾ ਦਿੱਲੀ ਦੇ ਸਾਹਮਣੇ। ਇਹ ਗਲਤ ਗੱਲ ਹੈ। ਭਗਵੰਤ ਨੂੰ ਉਹਨਾਂ ਅਫਸਰਾਂ ਨੂੰ ਬੁਲਾ ਕੇ ਉਹਨਾਂ ਦੀ ਕਲਾਸ ਲੈਣੀ ਚਾਹੀਦੀ ਹੈ, ਰੈਪਰੀਮਾਂਡ ਕਰਨਾ ਚਾਹੀਦਾ ਵਾ, ਔਰ ਅਗਲੀ ਵਾਰੀ ਇਨਸ਼ੋਰ ਕਰਨਾ ਚਾਹੀਦਾ ਕਿ ਕੋਈ ਵੀ ਗਰੰਟੀ ਉਹ ਚੰਡੀਗੜ੍ਹ ਤੋਂ ਲਾਗੂ ਹੋਵੇ। ਅਸੀਂ ਨਹੀਂ ਕਹਿੰਦੇ ਕਿ ਬਿਜਲੀ ਤੁਸੀਂ ਮੁਫਤ ਨਾ ਦਿਓ, ਲੇਕਿਨ ਇੱਥੋਂ ਚੰਡੀਗੜ੍ਹ ਚੀਫ ਮਿਨਿਸਟਰ ਪੰਜਾਬ ਦੇ ਦੀ ਮਰਜ਼ੀ, ਉਹਦੀ ਸਲਾਹ ਦੇ ਨਾਲ ਇਹ ਫੈਸਲੇ ਕੀਤੇ ਜਾਣ। ਸਿਮਿਲਰਲੀ ਰਾਜ ਸਭਾ ਦੇ ਮੈਂਬਰ ਬਣਾਏ ਗਏ ਨੇ, ਗਲਤ ਬਣਾਏ ਗਏ ਨੇ। ਉਹਦੇ 'ਚ ਭਗਵੰਤ ਮਾਨ ਨੂੰ ਉਹਨਾਂ ਨੇ ਪੁੱਛਿਆ ਹੀ ਨਹੀਂ ਗਾ, ਨਹੀਂ ਤਾਂ ਇਹਨੇ ਅੜ ਜਾਣਾ ਸੀਗਾ। ਉਹਨਾਂ ਨੇ ਰਾਘਵ ਚੱਡਾ ਤੇ ਜਿਹੜਾ ਪਾਠਕ ਜਿਹਾ ਬਣਾਇਆ, ਇਹਨਾਂ ਦਾ ਕੀ ਪੰਜਾਬ ਨਾਲ ਤਾਲੁਕ ਆ? ਪਾਠਕ ਜਿਹੜਾ ਬਣਾਇਆ ਉਹਦਾ ਪ੍ਰਸ਼ਾਂਤ ਕਿਸ਼ੋਰ ਦਾ ਬੰਦਾ ਸੀਗਾ, ਪੋਲੀਟੀਕਲ ਸਟ੍ਰੈਟੇਜਿਸਟ। ਉਹ ਕੇਜਰੀਵਾਲ ਨਾਲ ਆ ਗਿਆ, ਤੁਹਾਨੂੰ ਰਾਜ ਸਭਾ ਦੇ ਦੇਣੀ ਆ। ਜਿਹੜਾ ਰਾਘਵ ਚੱਡਾ ਵਾ, ਇੱਥੇ ਸਾਡਾ ਚੰਡੀਗੜ੍ਹ 'ਚ ਅੱਗ ਲੱਗੀ ਪਈ ਸੀ, ਉਹ ਲੈਕਮੇ ਸ਼ੋਅ ਦੀ ਫੈਸ਼ਨ ਕਰ ਰਿਹਾ ਸੀ, ਜਨਾਨੀਆਂ ਜਾਂ ਮੇਕਅਪ ਕਰਕੇ। ਇਜ਼ ਦਿਸ ਦ ਵੇ ਦੈਟ ਰਾਜ ਸਭਾ ਮੈਂਬਰਸ ਬਿਹੇਵ? ਜਿਹੜਾ ਇੱਕ ਸਨੀ ਅਰੋੜਾ, ਪਤਾ ਨਹੀਂ ਲੁਧਿਆਣੇ ਦਾ ਬਣਾਇਆ ਪ੍ਰੋਪਰਟੀ ਡੀਲਰ, ਉਹਦਾ ਆਮ ਆਦਮੀ ਨਾਲ ਕੀ ਕਨੈਕਸ਼ਨ ਸੀਗਾ? ਲਵਲੀ ਯੂਨੀਵਰਸਿਟੀ ਵਾਲਾ ਕੀ ਆ? ਹੀ ਇਜ਼ ਸੈਲਿੰਗ ਐਜੂਕੇਸ਼ਨ, ਹੀ ਇਜ਼ ਗੋਟ ਅ ਵਾਸਟ ਐਮਪਾਇਰ। ਤਾਂ ਹੁਣ ਤੁਸੀਂ ਮੈਨੂੰ ਦੱਸੋ ਕਿ ਇਹ ਜਿਹੜੇ ਰਾਜ ਸਭਾ ਦੇ 4 MP ਬਣਾਏ ਸੀਗੇ, ਇਹ ਬੋਲਿਆ ਕੋਈ ਚੰਡੀਗੜ੍ਹ ਪੰਜਾਬ ਦੇ ਹੱਕ ਦੇ ਵਿੱਚ? ਬੋਲ ਹੀ ਨਹੀਂ ਸਕਦੇ। ਜਿਹੜਾ ਲਵਲੀ ਯੂਨੀਵਰਸਿਟੀ ਵਾਲਾ, ਉਹ ਤਾਂ ਐਡਾ ਵੱਡਾ ਬਿਜ਼ਨਸ ਐਮਪਾਇਰ ਆ, ਇੱਕ ਦਿਨ 'ਚ ਉਹਦੇ ਤਾਲਾ ਲਾ ਦੂ ਬੀਜੇਪੀ, ਇੱਕ ਦਿਨ 'ਚ ਯੂਨੀਵਰਸਿਟੀ ਲਵਲੀ ਵਾਲੀ ਬੰਦ ਕਰਾ ਦੂਗੀ, ਈਡੀ ਦਾ ਰੇਟ ਪਵਾ ਦੂਗੀ, ਜਾਂ ਉਹ ਅਰੋੜਾ ਜਿਹੜਾ ਹੈਗਾ ਉਹ ਤੇ ਈਡੀ ਨੂੰ ਮਿੰਟ 'ਚ ਗਲੱਚ ਲੈਣਗੇ ਇੱਥੋਂ। ਸੋ ਇਸ ਕਰਕੇ ਇਹ ਤਾਂ ਮੈਂ ਸਮਝਦਾ ਆਮ ਆਦਮੀ ਪਾਰਟੀ ਦੇ ਆਪਣੇ ਵਰਕਰਾਂ ਨਾਲ ਬੜਾ ਧੋਖਾ ਹੋਇਆ। ਜਿਹੜੇ ਲੋਕੀ ਵਿਚਾਰੇ ਦਰੀਆਂ ਚੱਕਦੇ ਰਹੇ, ਪਰਚੇ ਕਰਾਉਂਦੇ ਰਹੇ, ਬੂਥ ਸਾਂਭਦੇ ਰਹੇ, ਉਹਨੂੰ ਤਾਂ ਕਿਸੇ ਨੂੰ ਪੁੱਛਿਆ ਵੀ ਨਹੀਂ ਇਹਨਾਂ ਨੂੰ ਰਾਜ ਸਭਾ ਬਣਾਉਣ। ਜਿਹੜਾ ਇੱਕ ਦਫ਼ਤਰ ਹਰ ਜ਼ਿਲ੍ਹੇ ਦੇ ਵਿੱਚ ਖੁੱਲ ਰਿਹਾ ਮੁੱਖ ਮੰਤਰੀ ਆਫਿਸ, ਉਹਨੂੰ ਕਿਵੇਂ ਦੇਖਦੇ ਹੋ? ਚੰਗੀ ਚੀਜ਼ ਆ ਵੀ ਮੁੱਖ ਮੰਤਰੀ ਦੇ ਨੇੜੇ ਹੋ ਜਾਣਗੇ? ਨਹੀਂ, ਇਹਦੇ ਨਾਲੋਂ ਤਾਂ ਮੁੱਖ ਮੰਤਰੀ ਆਫਿਸ ਤਾਂ DC ਆਫਿਸ ਕੀ ਹੁੰਦਾ ਜੀ? DC SSP ਆਫਿਸ ਮੁੱਖ ਮੰਤਰੀ ਦੇ ਆਫਿਸ ਹੀ ਨੇ।
ਜਿਹੜਾ ਚੀਫ ਮਿਨਿਸਟਰ ਹੈ ਨਾ, ਅਗਰ ਉਹ ਇਨਸ਼ੋਰ ਕਰੇ ਕਿ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਜਿਹੜੀਆਂ ਨੇ ਉਹ ਚੰਗੀ ਤਰ੍ਹਾਂ ਚੱਲਣ, ਅਗਰ ਫਰਜ਼ ਕੋ ਲੈਫਟ ਟੂ ਮੀ, ਮੈਂ ਇੱਕ ਮੀਟਿੰਗ ਸੱਦਣੀ ਸਿਰਫ ਡੀਸੀ ਐਸਐਸਪੀਜ਼ ਦੀ, ਉਹਨਾਂ ਨੂੰ ਇਹ ਕਹਿਣਾ ਕਿ ਖਬਰਦਾਰ ਜੇ ਤੁਹਾਡੇ ਜ਼ਿਲ੍ਹੇ 'ਚ ਕੋਈ ਬੰਦਾ ਮੇਰੇ ਕੋਲ ਆ ਗਿਆ ਇੱਥੇ ਤੱਕ, ਜਿੱਦਣ ਇਹ ਮੇਰੇ ਕੋਲ ਬੰਦੇ ਆਉਣੇ ਸ਼ੁਰੂ ਹੋ ਗਏ, ਇਹਦਾ ਮਤਲਬ ਤੁਸੀਂ ਇਨਕੰਪੀਟੈਂਟ ਹੋ, ਇਹਦਾ ਮਤਲਬ ਤੁਸੀਂ ਉੱਥੇ ਇਨਸਾਫ ਨਹੀਂ ਦੇ ਰਹੇ। ਚਲੋ ਇੱਕਾ ਦੁੱਕਾ ਕੋਈ ਇੰਪੋਰਟੈਂਟ ਕੇਸ ਚੀਫ ਮਿਨਿਸਟਰ ਤੱਕ ਆ ਜਾਏ, ਅੰਡਰਸਟੂਡ, ਲੇਕਿਨ ਜੇ ਸਾਰਿਆਂ ਜ਼ਿਲ੍ਹਿਆਂ 'ਚੋਂ ਲੋਕੀ ਉੱਠ ਕੇ ਅਰਜ਼ੀਆਂ ਚੱਕ ਕੇ ਚੀਫ ਮਿਨਿਸਟਰ ਨੂੰ ਮਿਲਣ ਆ ਜਾਣ, ਦੈਟ ਮੀਨਸ ਤੁਹਾਡੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਫੇਲੀਅਰ ਆ। ਤੇ ਹੁਣ ਤੁਸੀਂ ਉਹਨੂੰ ਭਾਵੇਂ ਦਫ਼ਤਰ ਬਣਾ ਲਓ ਜਾਂ ਤੁਸੀਂ ਡੀਸੀ ਐਸਐਸਪੀ ਤੇ ਨਿਰਭਰ ਛੱਡ ਦਿਓ। ਡੀਸੀ ਐਸਐਸਪੀ ਨੂੰ ਬੁਲਾ ਕੇ ਸਿਰਫ ਇੰਨਾ ਕਹਿਣਾ ਹੁੰਦਾ ਕਿ ਜੇ ਤੁਹਾਡੇ ਜ਼ਿਲ੍ਹਿਆਂ 'ਚੋਂ ਬਹੁਤ ਸਾਰੇ ਬੰਦੇ ਮੇਰੇ ਕੋਲ ਆਉਣ ਲੱਗ ਗਏ, ਆਪਣਾ ਬੋਰੀ ਬਿਸਤਰਾ ਚੱਕ ਕੇ ਆਪੇ ਚੰਡੀਗੜ੍ਹ ਆ ਜਾਓ, ਦੇਖੋ ਕਿੱਦਾਂ ਠੀਕ ਹੁੰਦਾ ਸਾਰਾ ਕੁਝ। ਤੁਹਾਨੂੰ ਕੀ ਲੱਗਦਾ ਹੈਗਾ ਚੀਜ਼ਾਂ ਆਉਣ ਵਾਲੇ ਟਾਈਮ 'ਚ ਬਦਲਣਗੀਆਂ? ਕਿਉਂਕਿ ਜੇ ਪਿਛਲੇ ਦਿਨਾਂ ਦੀ ਗੱਲ ਕਰ ਲਈਏ, ਕਿਤੇ ਕੋਈ ਕਬੱਡੀ ਦੇ ਪਲੇਅਰ ਦੀ ਹੱਤਿਆ ਹੋ ਜਾਂਦੀ ਆ, ਵਾਲੀਬਾਲ ਦੇ ਪਲੇਅਰ ਕਿਤੇ ਤਲਵਾਰਾਂ ਚੱਲੀ ਜਾਂਦੀਆਂ, ਇਹ ਹੋ ਕੀ ਰਿਹਾ? ਸੱਚ ਬੋਲਣਾ ਤਾਂ ਇਹ ਛੇਤੀ ਨਹੀਂ ਬਦਲਣਾ, ਕਿਉਂਕਿ ਇਹ ਪੋਲੀਟੀਕਲ ਕਲਚਰ ਖਰਾਬ ਹੋਇਆ 35-40 ਸਾਲ ਤੋਂ। ਜਦੋਂ ਆਇਆ ਨਾ ਪੰਜਾਬ ਦੇ ਵਿੱਚ ਮਿਲੀਟੈਂਸੀ, ਉਹਦੇ ਤੋਂ ਬਾਅਦ ਲੱਗ ਗਿਆ ਸੀ ਰਾਸ਼ਟਰਪਤੀ ਰਾਜ। ਉਸ ਰਾਸ਼ਟਰਪਤੀ ਰਾਜ ਨੇ ਬਹੁਤ ਖੁੱਲ੍ਹ ਦਿੱਤੀ ਅਫਸਰਾਂ ਨੂੰ, ਲੁੱਟ ਮਚਾ ਲਈ ਇਹਨਾਂ ਨੇ। ਉਸ ਤੋਂ ਬਾਅਦ ਇੱਕ 92 ਦਾ ਲੋਟ ਆਇਆ ਜਿਹੜਾ ਵਿਦਆਊਟ ਮੈਂਡੇਟ ਆਇਆ ਸੀਗਾ, ਉਹ ਬਹੁਤ ਮਾਤਾ ਦਾ ਮਾਲ ਆਇਆ ਸੀਗਾ, ਉਹ ਲੱਥਿਆ ਹੀ ਨਹੀਂ, ਹੁਣ ਤੱਕ ਵੀ ਨਹੀਂ ਲੱਥ ਰਿਹਾ। ਇਸ ਕਰਕੇ ਕਲਚਰ ਖਰਾਬ ਨੂੰ ਲੱਗੇ 35-40 ਸਾਲ, ਇਹਨੂੰ ਰਿਪੇਅਰ ਹੁੰਦਿਆਂ ਵੀ ਇੰਨੇ ਲੱਗਣੇ ਆ। ਔਰ ਉਹ ਵੀ ਤਾਂ ਰਿਪੇਅਰ ਹੋਣਾ ਜੇ ਬਹੁਤ ਸਟਰੋਂਗ ਵਿਲ ਪਾਵਰ ਕੋਈ ਰੱਖੇ। ਜਿੱਦਾਂ ਮੈਂ ਤੁਹਾਨੂੰ ਪੁਲਿਸ ਦਾ ਉਦਾਹਰਨ ਦਿੰਦਾ, ਤੁਸੀਂ ਲਾਅ ਐਂਡ ਆਰਡਰ ਦਾ ਜ਼ਿਕਰ ਕੀਤਾ, ਇਹ ਠੀਕ ਨਹੀਂ ਹੋ ਸਕਦਾ, ਕਿਉਂਕਿ ਅੱਜ ਕੀ ਹੋ ਰਿਹਾ, ਪੁਲਿਸ ਅਫਸਰ ਜਿਹੜੇ ਪਹਿਲਾਂ ਫੀਲਡ 'ਚ ਲੱਗੇ ਸੀ, ਮਾਲੇ ਵਾਲਿਆਂ ਨੂੰ ਚੱਕ ਕੇ ਮਾਝੇ ਚਲਾਤਾ, ਮਾਝੇ ਵਾਲੇ ਚੱਕ ਕੇ ਦੁਆਬੇ ਚਲਾਤੇ। ਤੁਸੀਂ ਇਹ ਇਨਸ਼ੋਰ ਕਰਨਾ ਵਾ ਕਿ ਮੇਰੇ ਕੋਲ 23 ਐਸਐਸਪੀ ਤੇ 23 ਡੀਸੀ, 46 ਬੰਦੇ ਕੜਾਕੇਦਾਰ ਹੋਣੇ ਚਾਹੀਦੇ, ਲੱਭ ਕੇ ਲਿਆਓ ਕਿੱਥੇ ਪਿੱਛੇ ਲੁਕੇ ਹੋਣਗੇ ਉਹ, ਕਿਉਂਕਿ ਸਰਕਾਰਾਂ ਨੇ ਉਹਨੂੰ ਖੁੱਡੇ ਲਾਈਨ ਲਾਇਆ ਹੁੰਦਾ ਵਾ, ਉਹਨਾਂ ਨੂੰ ਕੱਢ ਕੇ ਲਿਆਓ, ਗਿਵ ਦੈਮ ਰਿਸਪੌਂਸਿਬਿਲਿਟੀ। ਤੇ 25-30 ਹੋਰ ਅਫਸਰ, ਕਮਿਸ਼ਨਰ ਵਗੈਰਾ ਜਿਹੜੇ ਚੰਗੇ ਚਾਹੀਦੇ ਨੇ, 100 ਅਫਸਰ ਤੁਸੀਂ ਲੱਭ ਲਓ ਇਮਾਨਦਾਰ। ਤੇ ਫਿਰ ਦੂਸਰਾ ਕਦਮ ਕਿ ਪੁਲਿਸ ਤੇ ਸਿਵਲ ਐਡਮਿਨਿਸਟ੍ਰੇਸ਼ਨ ਨੂੰ ਡੀਪੋਲਿਟਿਸਾਈਜ਼ ਕਰੋ। ਮੈਂ ਮਾਫੀ ਚਾਹੂੰਗਾ, ਤੁਹਾਨੂੰ ਲੱਗਦਾ ਨਹੀਂ ਭਗਵੰਤ ਸਿੰਘ ਮਾਨ ਕੇਪੇਬਲ ਨੇ ਵੀ ਉਹ ਇੱਕ ਸਖਤ ਫੈਸਲੇ ਲੈ ਸਕਦੇ? ਨਹੀਂ, ਅੱਛੀ ਗੱਲ ਹੈ, ਮੈਂ ਉਮੀਦ ਰੱਖਦਾ ਕਿ ਕਰਨਗੇ ਫੈਸਲੇ। ਮੈਂ ਇਹ ਕਹਿ ਰਿਹਾ ਕਿ ਟਾਈਮ ਲੱਗੂਗਾ ਬਹੁਤ, ਕਿਉਂਕਿ ਕਲਚਰ ਕਿ ਡੀਕੇ ਇੰਨੀ ਆਈ ਆ, ਗਿਰਾਵਟ ਇੰਨੀ ਜ਼ਿਆਦਾ ਆਈ ਹੋਈ ਆ ਕਿ ਇਹ ਕੋਈ ਇੱਕ ਅੱਧੇ ਬੰਦੇ ਦਾ 1 2 4 10 ਦਿਨ ਦਾ ਕੰਮ ਨਹੀਂਗਾ। ਮੈਂ ਗੱਲ ਕਹਿ ਰਿਹਾ ਸੀਗਾ ਕਿ ਡੀਪੋਲਿਟਿਸਾਈਜ਼ ਕਰੋ। ਅੱਜ ਕੀ ਹੋ ਰਿਹਾ ਕਿ ਸਾਰੀ ਅਫਸਰਸ਼ਾਹੀ ਉਹ ਪੋਲੀਟੀਕਲ ਬੰਦਿਆਂ ਦੇ ਕਹਿਣ ਦੇ ਉੱਤੇ ਚੱਲ ਰਹੀ ਸੀਗੀ, ਆਪਣੇ ਸੁਪੀਰੀਅਰਸ ਨੂੰ ਤਾਂ ਦੱਸਦੇ ਕੁਝ ਨਹੀਂ ਗਏ ਉਹ, ਕਿਉਂਕਿ ਲਵਾਏ ਐਮਐਲਏਆਂ ਤੇ ਮਿਨਿਸਟਰਾਂ ਨੇ ਹੁੰਦੇ ਨੇ, ਡੀਸੀ ਐਸਐਸਪੀ, ਥਾਣੇਦਾਰ, ਡੀਐਸਪੀ। ਸਭ ਤੋਂ ਪਹਿਲਾ ਕੰਮ ਹੈ ਡੀਪੋਲਿਟਿਸਾਈਜ਼, ਕਿ ਤੁਸੀਂ ਆਪਣਾ ਕੰਮ ਮੈਰਿਟ ਤੇ ਕਰਨਾ, ਕਿਸੇ ਦੀ ਮੁਦਾਖਲਤ ਤੇ ਨਹੀਂ ਕਰਨਾ। ਇੱਥੋਂ ਸਟਾਰਟ ਹੋਏ, ਨਹੀਂ ਹੋਊਗੀ ਫॉर ਅ ਗੁੱਡ ਗਵਰਨੈਂਸ ਹੌਲੀ ਹੌਲੀ। ਸੁਖਪਾਲ ਸਿੰਘ ਖਹਿਰਾ ਦਾ ਕੀ ਭਵਿੱਖ ਆ? ਬਹੁਤ ਚਰਚਾ ਵੀ ਚੱਲ ਰਹੀ ਆ ਵੀ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਪੰਜਾਬ ਦੇ ਵਿੱਚ ਨਵੀਂ ਧਿਰ ਬਣੇ, ਜਾਂ ਤੁਸੀਂ ਨਵਜੋਤ ਸਿੰਘ ਸਿੱਧੂ ਦੀ ਟੀਮ 'ਚ ਜਾ ਸਕਦੇ ਹੋ, ਇੱਦਾਂ ਕੁਛ? ਨਹੀਂ, ਇੱਦਾਂ ਨਹੀਂ ਹੈ ਜੀ। ਦੇਖੋ, ਮੈਨੂੰ ਕਾਂਗਰਸ ਨੇ ਬੜਾ ਮਾਣ ਸਤਿਕਾਰ ਦਿੱਤਾ, ਮੈਨੂੰ ਜੇਲ੍ਹ 'ਚ ਬੈਠੇ ਟਿਕਟ ਦਿੱਤੀ ਆ, ਉਸ ਦਾ ਮਾਣ ਸਤਿਕਾਰ ਲੋਕਾਂ ਨੇ ਮੈਨੂੰ ਆਪ ਵੋਟ ਪਾ ਕੇ ਐਮਐਲਏ ਬਣਾਇਆ ਵਾ। ਮੈਂ ਕੋਈ ਏਡਾ ਐਰੈਟਿਕ ਬੰਦਾ ਨਹੀਂਗਾ, ਕੁਝ ਲੋਕਾਂ ਨੂੰ ਪਤਾ ਨਹੀਂ ਐਵੇਂ ਕਿਉਂ ਮੇਰਾ ਇੰਪ੍ਰੈਸ਼ਨ ਬਣਿਆ ਹੋਇਆ। ਮੈਂ ਜਦ ਵੀ ਕੋਈ ਫੈਸਲਾ ਲਊਂਗਾ ਸੋਚ ਸਮਝ ਕੇ ਲਊਂਗਾ। ਐਂਡ ਅਗਰ ਪੰਜਾਬ ਦੇ ਹਿੱਤ ਵਿੱਚ, ਫਰਜ਼ ਕਰੋ ਕੋਈ ਇਦਾਂ ਦੀ ਸਿਚੁਏਸ਼ਨ ਆ ਰਹੀ ਹੈ ਕਿ ਦੈਟ ਡਿਮਾਂਡਸ ਕਿ ਪੰਜਾਬ ਦੇ ਹਿੱਤ ਵਿੱਚ ਆਹ ਪੋਲੀਟੀਕਲ ਫੈਸਲਾ ਲੈਣਾ ਵਾ, ਉਹ ਲਿਆ ਜਾ ਸਕਦਾ ਵਾ। ਕਿਉਂ ਨਹੀਂ ਲਿਆ ਜਾ ਸਕਦਾ? ਲਾਈਫ ਸਟੈਟਿਕ ਹੈਗੀ ਹੈ, ਆਪਾਂ ਦੋਨੋਂ ਇੱਥੇ ਬੈਠੇ ਆ, ਆਪਾਂ ਹੁਣ ਇੱਥੋਂ ਉੱਠ ਕੇ ਬਾਹਰ ਤੁਰ ਕੇ ਜਾਣਾ, ਇਟਸ ਚੇਂਜ। ਪਾਣੀ ਖੜਾ ਰਹਿੰਦਾ ਦਰਿਆਵਾਂ ਦਾ, ਛੱਪੜਾਂ ਦਾ, ਉਹ ਜਦੋਂ ਸਟੈਟਿਕ ਹੋ ਜਾਂਦਾ ਉਹਦੇ ਤੇ ਬਹੁਤ ਗਾਰ ਜੰਮ ਜਾਂਦੀ ਹੈ। ਮੂਵਮੈਂਟ ਇਨ ਲਾਈਫ, ਚੇਂਜ ਇਨ ਲਾਈਫ ਇਜ਼ ਲਾਅ ਆਫ ਨੇਚਰ। ਤੁਹਾਨੂੰ ਲੱਗਦਾ ਜ਼ਿਆਦਾ ਚੇਂਜ ਕ੍ਰੈਡੀਬਿਲਿਟੀ ਨਾ ਘਟਾ ਦੇ ਕਿਤੇ? ਹਾਂ, ਇਹ ਅੱਛਾ ਸਵਾਲ ਤੁਸੀਂ ਪੁੱਛਿਆ। ਹੁਣ ਮੇਰਾ ਤੁਸੀਂ ਦੇਖੋ ਕਿ ਆਇਆ ਪਿਛਲੇ 7-8 ਸਾਲਾਂ 'ਚ ਮੈਂ 2-3 ਪਲੇਟਫਾਰਮ ਬਦਲੇ ਨੇ ਨਾ ਜੀ, ਪਰ ਮੈਂ ਜਿੱਤ ਕੇ ਆਇਆ ਨਾ ਵਾਪਸ। ਉਹ ਕਿਉਂ ਆਇਆ ਵਾਂ? ਕਿਉਂਕਿ ਲੋਕਾਂ ਨੇ ਮੇਰੇ ਤੇ ਟਰਸਟ ਹੈ, ਲੋਕਾਂ ਨੂੰ ਪਤਾ ਵਾ ਇਹ ਕਿਸੇ ਥਾਂ ਰਵੇ, ਇਹ ਇੱਥੇ ਰਵੇ, B ਪਲੇਟਫਾਰਮ ਤੇ ਰਵੇ, C ਤੇ ਰਵੇ, ਇਹ ਰਹੂਗਾ ਸਾਡੇ ਨਾਲ ਇਮਾਨਦਾਰੀ ਨਾਲ। ਔਰ ਇਹਦਾ ਉਦਾਹਰਨ ਮੈਨੂੰ ਮੇਰੇ ਪਿਤਾ ਜੀ ਨੇ ਦੱਸਦੇ ਸੀ, ਗਿਆਨੀ ਕਰਤਾਰ ਸਿੰਘ ਹੁੰਦੇ ਸੀਗੇ, ਉਹਨਾਂ ਦਾ ਟਾਂਡੇ ਲਾਗੇ ਪਿੰਡ ਸੀਗਾ। ਉਹ ਕਦੀ ਇਲੈਕਸ਼ਨ ਕਾਂਗਰਸ ਵੱਲੋਂ ਲੜ ਲੈਂਦੇ ਸੀਗੇ, ਕਦੀ ਲੜ ਲੈਂਦੇ ਸੀ ਅਕਾਲੀ ਦਲ ਵੱਲੋਂ। ਉਦੋਂ 2 ਪਾਰਟੀਆਂ ਸੀਗੀਆਂ, ਲੋਕ ਉਹਨਾਂ ਨੂੰ ਹਮੇਸ਼ਾ ਜਿਤਾਉਂਦੇ ਸੀ ਤੇ ਹਰ ਸਰਕਾਰ 'ਚੋਂ ਮਿਨਿਸਟਰ ਹੁੰਦੇ ਸੀਗੇ। ਲੋਕਾਂ ਨੂੰ ਪਤਾ ਸੀ ਕਿ ਗਿਆਨੀ ਕਰਤਾਰ ਸਿੰਘ ਬਹੁਤ ਸਾਦੇ ਜਿਹੇ ਬੰਦੇ ਸੀਗੇ, ਕਿ ਇਹ ਸਭ ਕੁਝ ਕਰ ਸਕਦਾ ਪਰ ਸਾਡੇ ਨਾਲ ਬੇਈਮਾਨੀ ਨਹੀਂ ਕਰੂਗਾ। ਸੋ ਮੇਰਾ ਟਰਸਟ ਫੈਕਟਰ ਭੁਲੱਥ ਦੇ ਲੋਕਾਂ ਨਾਲ ਤੇ ਪੰਜਾਬ ਦੇ ਲੋਕਾਂ ਨਾਲ ਇਹ ਆ ਕਿ ਹੀ ਮੇ ਡਿਸਾਈਡ ਰੋਂਗਲੀ। ਫੈਸਲਾ ਲੈਣ ਵਿੱਚ ਮੈਂ ਇਨਸਾਨ ਹਾਂ, ਮੈਂ ਗਲਤੀ ਕਰ ਸਕਦਾ, ਪਰ ਇਹ ਸਾਡੇ ਨਾਲ ਕਦੀ ਬੇਈਮਾਨੀ ਨਹੀਂ ਕਰੂਗਾ। ਹੀ ਵਿਲ ਨਾਟ ਚੀਟ ਅਸ ਐਂਡ ਨਾਟ ਚੀਟ ਹਿਸ ਸਟੇਟ। ਪਰ ਇੱਕ ਇਹ ਵੀ ਤੁਹਾਡੇ ਬਾਰੇ ਕਿਹਾ ਜਾਂਦਾ ਵੀ ਜਿੰਨੇ ਲੋਕ ਤੁਹਾਡੇ ਨਾਲ ਆਫ ਰਿਕਾਰਡ ਗੱਲ ਕਰਦੇ ਆ, ਜਾਂ ਖਾਸ ਕਰਕੇ ਸਾਡੇ ਵਾਲਾ ਭਾਈਚਾਰਾ ਕਹਾਂ ਪੱਤਰਕਾਰ, ਉਹ ਇਹ ਕਹਿੰਦੇ ਆ ਵੀ ਜਦੋਂ ਖਹਿਰਾ ਸਾਹਿਬ ਨੂੰ ਮਿਲਦੇ ਆ
ਵੀ ਉਹਨਾਂ ਦੇ ਦਿਲ ਦੇ ਵਿੱਚ ਕਿਤੇ ਨਾ ਕਿਤੇ ਅਕਾਲੀ ਦਲ ਨੂੰ ਲੈ ਕੇ ਇੱਕ ਸੌਫਟ ਕਾਰਨਰ ਆ, ਅਕਾਲੀ ਦਲ ਨੂੰ ਕਿਤੇ ਨਾ ਕਿਤੇ ਉਹ ਚਾਹੁੰਦੇ ਨੇ ਵੀ ਅਕਾਲੀ ਦਲ ਇੱਕ ਮਜ਼ਬੂਤ ਧਿਰ ਦੇ ਵਜੋਂ ਉੱਭਰੇ। ਤੁਸੀਂ ਜਾਣਾ ਚਾਹੁੰਦੇ ਹੋ ਅਕਾਲੀ ਦਲ ਦੇ ਵਿੱਚ? ਨਹੀਂ ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ ਗੀ, ਪਰ ਮੈਂ ਅਕਾਲੀ ਦਲ ਦੀ ਰਿਸਪੈਕਟ ਕਰਦਾ ਆ, ਬਾਦਲਾਂ ਮੂਦਲਾਂ ਦੀ ਨਹੀਂ, ਆ ਜਿਹੜੇ ਹੈਗੇ ਆ ਓਪਰਚੁਨਿਸਟ ਲੀਡਰਸ ਇਹਨਾਂ ਦੀ ਨਹੀਂ। ਅਕਾਲੀ ਦਲ ਪੰਜਾਬ ਦੀ ਇੱਕ ਬਹੁਤ ਗਲੋਰੀਅਸ ਪਾਰਟੀ ਆ। ਉਹਦਾ ਤੁਸੀਂ ਪਿੱਛੇ ਇਤਿਹਾਸ ਦੇਖੋ, ਸ਼ਾਨਾ ਮੱਤਾ ਇਤਿਹਾਸ ਆ। ਸਾਡੇ ਪੁਰਖਿਆਂ ਨੇ ਜਥੇਦਾਰ ਲਕਸ਼ਮਣ ਸਿੰਘ ਜੀ ਨਨਕਾਣਾ ਸਾਹਿਬ ਦੀ ਲੜਾਈ, ਕਿੰਨੀਆਂ ਸ਼ਹਾਦਤਾਂ, ਕਿੰਨੀਆਂ ਜੇਲਾਂ। ਪਹਿਲਾਂ ਤਾਂ ਉਹਨਾਂ ਨੇ ਮਹੰਤਾਂ ਤੋਂ ਗੁਰਦੁਆਰੇ ਆਜ਼ਾਦ ਕਰਾਏ, ਇਸ ਦਾ ਸਲੂਟ ਹੈ। ਫਿਰ ਉਹਨਾਂ ਨੇ ਪਾਰਟੀ ਬਣਨ ਉਪਰੰਤ ਜਿਹੜਾ ਪੰਜਾਬ ਲਈ ਜਦੋਜਹਿਦ ਕਰਕੇ ਪੰਜਾਬੀ ਸੂਬਾ ਮੋਰਚਾ ਲਾਇਆ। ਠੀਕ ਹੈ, ਸਾਨੂੰ ਟੁੱਟਾ ਭੱਜਾ ਪੰਜਾਬ ਦਿੱਤਾ, ਸਾਡੇ ਕੋਲ ਖੋਲਿਆ ਕੇਂਦਰ ਨੇ। ਜਿਸ ਢੰਗ ਦੇ ਨਾਲ ਅਕਾਲੀ ਦਲ ਨੇ ਲੋਕਾਂ ਦੀ ਲੜਾਈ ਲੜਦਾ ਸੀ ਨਾ, ਆਈ ਐਪਰੀਸ਼ੀਏਟ ਦੈਟ ਅਕਾਲੀ ਦਲ। ਆਈ ਐਪਰੀਸ਼ੀਏਟ ਅਕਾਲੀ ਦਲ ਜਿਹੜਾ ਵੱਧ ਅਧਿਕਾਰਾਂ ਦਾ ਮੁਦਈ ਸੀਗਾ, ਜਿਹੜਾ ਸਟੈਂਡਸ ਫॉर ਆਟੋਨਮੀ। ਬਾਦਲ ਉਹਨਾਂ ਤਾਂ ਸਮਝ ਨਹੀਂ ਆਈ, ਇਹ ਤਾਂ ਜਦੋਂ ਜੰਮੂ ਕਸ਼ਮੀਰ ਦੇ 2 ਟੋਟੇ ਕੀਤੇ ਇਹਨਾਂ ਨੇ ਵੋਟਾਂ ਪਾਈਆਂ ਬੀਜੇਪੀ ਨੂੰ। ਮੈਂ ਅਕਾਲੀ ਦਲ ਦੀ ਆਈਡੀਓਲੋਜੀ ਦਾ ਸਪੋਰਟਰ ਹਾਂ, ਔਰ ਮੈਨੂੰ ਲੱਗਦਾ ਵਾ ਕਿ ਅਕਾਲੀ ਦਲ ਜ਼ਰੂਰ ਰਹਿਣਾ ਚਾਹੀਦਾ ਪੰਜਾਬ 'ਚ, ਕਿਉਂਕਿ ਇੱਕ ਇਹੋ ਜਿਹੀ ਪਾਰਟੀ ਹੋਵੇ ਨਾ ਜਿਹੜੀ ਆਪਣੀ ਸਟੇਟ ਦੀ ਪਾਰਟੀ ਹੋਵੇ, ਜਿਹੜੀ ਪੰਜਾਬ ਦੇ ਲੋਕਾਂ ਦੀ ਗੱਲ ਕਰ ਸਕੇ। ਔਰ ਮੈਨੂੰ ਇਹ ਪੂਰਨ ਆਸ ਆ ਕਿ ਇਹ ਕਿਸੇ ਨਾ ਕਿਸੇ ਸ਼ਕਲ ਵਿੱਚ ਰਹੂਗੀ। ਅੱਜ ਉਹਨਾਂ ਨੂੰ ਪ੍ਰੋਬਲਮ ਆ ਰਹੀ, ਦੇ ਡੋਂਟ ਹੈਵ ਅ ਕੈਪੇਬਲ ਲੀਡਰ। ਜਿੱਦੋਂ ਉਹਨਾਂ ਨੂੰ ਚੰਗਾ ਲੀਡਰ ਮਿਲ ਗਿਆ, ਪ੍ਰਭਾਵਸ਼ਾਲੀ, ਅਕਾਲੀ ਦਲ ਵਿਲ ਬਾਉਂਸ ਬੈਕ। ਕਿਉਂਕਿ ਆਮ ਆਦਮੀ ਪਾਰਟੀ ਇਹ ਕੋਈ ਪਾਏਦਾਰ ਪਾਰਟੀ ਨਹੀਂ ਹੈ, ਐਵੇਂ ਹੀ ਹੈ, ਫਰਜ਼ੀ ਹੈ। ਇਹ ਥੋੜੀ ਦੇਰ ਬਾਅਦ ਇਹਨਾਂ ਨੇ ਐਕਸਪੋਜ਼ ਹੋ ਜਾਣਾ। ਜਾਂਦੇ ਜਾਂਦੇ ਲਾਸਟ ਸਵਾਲ, ਸਿੱਧੂ ਸਾਹਿਬ ਦਾ ਕੀ ਭਵਿੱਖ ਰਹਿਣ ਵਾਲਾ? ਮੈਂ ਕਿਸੇ ਦੇ ਭਵਿੱਖ ਬਾਰੇ ਤਾਂ ਕੀ ਕਹਿ ਸਕਦਾ, ਬਟ ਮੈਂ ਹਮੇਸ਼ਾ ਸਿੱਧੂ ਦੀ ਰਿਸਪੈਕਟ ਕਰਦਾ। ਹਾਲਾਂਕਿ ਉਹਨਾਂ ਨੇ ਇਲੈਕਸ਼ਨ ਤੋਂ ਪਹਿਲਾਂ ਜਦੋਂ ਪ੍ਰੈਜ਼ੀਡੈਂਟ ਬਣੇ, ਮੇਰੇ ਮੁਤਲਕ ਕਦੀ ਉਹਨਾਂ ਨੇ ਮੇਰੀ ਪਰਵਾਹ ਵੀ ਨਹੀਂ ਕੀਤੀ ਸੀ। ਜੇ ਕਿਤੇ ਮੈਨੂੰ ਉਦੋਂ ਪੁੱਛ ਲੈਂਦੇ, ਬੁਲਾ ਲੈਂਦੇ, ਮੇਬੀ ਆਈ ਕੁਡ ਹੈਵ ਹੈਲਪਡ ਹਿਮ ਬੈਟਰ। ਪਰ ਨਾਓ ਹੈਵਿੰਗ ਸੈਡ ਦੈਟ, ਫਿਰ ਵੀ ਇਹਦੇ ਬਾਵਜੂਦ ਉਹ ਅੱਛੇ ਇਨਸਾਨ ਨੇ। ਤੁਸੀਂ ਮੈਨੂੰ ਦੱਸੋ ਕਿੰਨੇ ਕੁ ਲੀਡਰ ਨੇ ਨਵਜੋਤ ਸਿੰਘ ਸਿੱਧੂ ਦੇ ਬਰਾਬਰ ਦੀ ਨੌਲੇਜ ਰੱਖਣ ਵਾਲੇ, ਜ਼ੁਬਾਨਾਂ ਤੇ ਕੰਟਰੋਲ ਰੱਖਣ ਵਾਲੇ, ਉਂਗਲੀਆਂ ਦੇ ਲੀਡਰ ਨੇ ਪੰਜਾਬ ਦੇ ਵਿੱਚ। ਸੋ ਇਸ ਕਰਕੇ ਵੀ ਸ਼ੁਡ ਨਾਟ ਲੂਜ਼ ਹਿਮ। ਕਾਂਗਰਸ ਨੂੰ ਉਹਨੂੰ ਕਿਤੇ ਨਾ ਕਿਤੇ ਜ਼ਰੂਰ ਇਸਤੇਮਾਲ ਕਰਨਾ ਚਾਹੀਦਾ ਵਾ। ਅੱਛਾ ਆਦਮੀ ਆ, ਔਰ ਇੱਕ ਸੈਲੀਬ੍ਰਿਟੀ ਜਿਹਨੇ ਪੰਜਾਬ ਦੇ ਵਾਸਤੇ ਕਾਫੀ ਕੁਝ ਕੀਤਾ ਵਾ, ਪੰਜਾਬ ਦੇ ਮੁੱਦਿਆਂ ਤੇ ਪੂਰਾ ਅੱਛੇ ਤਰੀਕੇ ਨਾਲ ਖੜਦੇ। ਸੋ ਮੇਰੀਆਂ ਸ਼ੁਭ ਕਾਮਨਾਵਾਂ ਉਹਨਾਂ ਦੇ ਨਾਲ। ਜੀ, ਖਹਿਰਾ ਸਾਹਿਬ, ਸਮਾਂ ਦਿੱਤਾ, ਧੰਨਵਾਦ ਜੀ। ਥੈਂਕ ਯੂ ਸੋ ਮਚ।